ਹਾਂਜੀ, ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਓ ਅਸੀਂ ਅੱਜ 5ਵੀਂ ਜਮਾਤ ਦੇ ਟਰਮ 1 ਸਿਲੇਬਸ ਅਨੁਸਾਰ ਜੋ ਚੈਪਟਰ ਆਪ ਜੀ ਨੂੰ ਸਿਲੇਬਸ ਵਿੱਚ ਲਗਾਏ ਗਏ ਹਨ ਉਹਨਾਂ ਦੀ ਦੁਹਰਾਈ ਕਰਦੇ ਹਾਂ। ਸੋ ਅੱਜ ਅਸੀਂ ਸਾਵਣ ਆਏ ਕਵਿਤਾ ਦੇ ਜੋ MCQ ਹਨ ਅਤੇ ਬੁੱਕ ਵਰਕ ਹੈ ਉਸ ਦੀ ਦੁਹਰਾਈ ਕਰਾਂਗੇ। ਆਸ ਕਰਦੇ ਹਾਂ ਸਾਰੇ ਵਿਦਿਆਰਥੀ ਇਸ ਵੀਡੀਓ ਦਾ ਭਰਪੂਰ ਲਾਹਾ ਲੈਣਗੇ। ਰੁੱਤ ਬਦਲੇ ਤਾਂ ਸਾਵਣ ਆਏ, ਕਾਲੇ ਕਾਲੇ ਬੱਦਲ ਛਾਏ। ਸੋ ਬੇਟਾ ਜਿਹੜਾ ਇਹ ਸਾਵਣ ਦਾ ਮਹੀਨਾ ਹੈ, ਇਸ ਮਹੀਨੇ ਦੇ ਵਿੱਚ ਜਿਵੇਂ ਆਸਮਾਨ 'ਤੇ ਕਾਲੇ ਕਾਲੇ ਬੱਦਲ ਛਾਉਂਦੇ ਹਨ ਅਤੇ ਕਿਣਮਿਣ ਕਿਣਮਿਣ ਬੂੰਦਾਬਾਂਦੀ ਹੁੰਦੀ ਹੈ, ਕਣੀਆਂ ਪੈਂਦੀਆਂ ਹਨ, ਬੜਾ ਸੁਹਾਵਣਾ ਮੌਸਮ ਹੁੰਦਾ ਹੈ। ਨੂੰਹਾਂ ਧੀਆਂ ਕੁੜੀਆਂ ਇਸ ਰੁੱਤ ਦਾ ਬਹੁਤ ਆਨੰਦ ਮਾਣਦੀਆਂ ਹਨ। ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਹੈ। ਇਸ ਦਿਨ ਨੂੰਹਾਂ ਅਤੇ ਧੀਆਂ ਸਾਵਣ ਦੇ ਮਹੀਨੇ ਪੀਂਘਾਂ ਝੂਟਦੀਆਂ ਹਨ ਅਤੇ ਖੂਬ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਲੈਂਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਘਰਾਂ ਦੇ ਵਿੱਚ ਚਰਖੇ ਕੱਤਦੀਆਂ ਹਨ ਅਤੇ ਬਾਗਾਂ ਦੇ ਵਿੱਚ ਬਹੁਤ ਰੌਣਕ ਹੁੰਦੀ ਹੈ। ਬਾਗਾਂ ਦੇ ਵਿੱਚ ਜਿਹੜੇ ਮੋਰ ਹਨ ਉਹ ਸੁਹਾਵਣੇ ਮੌਸਮ ਨੂੰ ਦੇਖ ਕੇ ਬਾਗਾਂ ਦੇ ਵਿੱਚ ਪੈਲਾਂ ਪਾਉਂਦੇ ਹਨ ਅਤੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਘਰਾਂ ਦੇ ਵਿੱਚ ਜਦੋਂ ਸਾਡੇ ਪ੍ਰਾਹੁਣਚਾਰੀ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਘਰਾਂ ਦੇ ਵਿੱਚ ਖੀਰ ਅਤੇ ਪੂੜੇ ਇਸ ਮਹੀਨੇ ਮੁੱਖ ਪਕਵਾਨ ਦੇ ਤੌਰ 'ਤੇ ਪਕਾਏ ਜਾਂਦੇ ਹਨ। ਜੋ ਭੈਣਾਂ ਹਨ ਉਹ ਆਪਣੇ ਵੀਰਾਂ ਦਾ ਰਾਹ ਤੱਕਦੀਆਂ ਹਨ ਕਿ ਉਹ ਸਾਡਾ ਤੀਆਂ ਦਾ ਸੰਧਾਰਾ ਲੈ ਕੇ ਆਏਗਾ ਅਤੇ ਕਈਆਂ ਨਵਵਿਆਹੀਆਂ ਕੁੜੀਆਂ ਨੂੰ ਵੀ ਉਮੀਦ ਹੁੰਦੀ ਹੈ ਕਿ ਮੇਰਾ ਭਰਾ ਆਏਗਾ ਅਤੇ ਮੈਂ ਆਪਣੇ ਪੇਕੇ ਪਿੰਡ ਜਿਹੜਾ ਤੀਆਂ ਦਾ ਤਿਉਹਾਰ ਮਨਾਉਣ ਜਾਵਾਂਗੀ। ਸੋ ਜਿਹੜੇ ਖੇਤ ਨੇ ਬੇਟਾ, ਇਹਦੇ ਵਿੱਚ ਜਦੋਂ ਵਰਖਾ ਹੁੰਦੀ ਹੈ ਤਾਂ ਚਾਰੇ ਪਾਸੇ ਜਿਹੜਾ ਪਾਣੀ ਚਲਾ ਜਾਂਦਾ ਖੇਤਾਂ ਦੇ ਵਿੱਚ, ਹਰਾ ਹਰਾ ਘਾਹ ਹੋ ਜਾਂਦਾ। ਜਿਹੜੇ ਪੱਤੇ ਨੇ ਉਹਨਾਂ ਦੇ ਉੱਪਰ ਜਿਹੜੀ ਰੁੱਖਾਂ ਦੇ ਉੱਪਰ ਨਵੇਂ ਪੱਤੇ ਪੁੰਗਰ ਆਉਂਦੇ ਹਨ ਅਤੇ ਚਾਰੇ ਪਾਸੇ ਜਿਹੜੀ ਹਰਿਆਲੀ ਦਾ ਮਾਹੌਲ ਹੁੰਦਾ ਹੈ। ਸੋ ਸਾਵਣ ਦੀ ਸੁਹਾਵਣੀ ਰੁੱਤ ਨਾਲ ਸੰਬੰਧਿਤ ਜਿਹੜੇ ਆਪ ਜੀ ਨੂੰ MCQs ਨੇ ਜਾਂ ਵੈਰੀ ਸ਼ਾਰਟ ਕੁਐਸਚਨ ਨੇ, ਆਓ ਉਹਨਾਂ 'ਤੇ ਝਾਤ ਮਾਰਦੇ ਹਾਂ ਅਤੇ ਸਮਝਦੇ ਹਾਂ। ਭਾਰਤ ਵਿੱਚ ਕਿਹੜੀਆਂ ਕਿਹੜੀਆਂ ਰੁੱਤਾਂ ਪਾਈਆਂ ਜਾਂਦੀਆਂ ਹਨ? ਉੱਤਰ ਹੈ ਪਤਝੜ, ਸਾਵਣ, ਗਰਮੀ, ਸਰਦੀ ਅਤੇ ਬਸੰਤ। ਇਹ ਰੁੱਤਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਹਨ। ਵਰਖਾ ਰੁੱਤ ਕਿਹੜੇ ਮਹੀਨੇ ਵਿੱਚ ਆਉਂਦੀ ਹੈ? ਉੱਤਰ ਹੈ ਵਰਖਾ ਰੁੱਤ ਸਾਵਣ ਮਹੀਨੇ ਵਿੱਚ ਆਉਂਦੀ ਹੈ। ਉੱਪਰ ਬੇਟਾ ਸਵਾਲ ਦੇ ਵਿੱਚ ਕਿਹੜੇ ਕਿਹੜੇ ਮਹੀਨੇ ਪਾਇਆ ਹੋਇਆ ਹੈ? ਸੋ ਸਾਵਣ ਅਤੇ ਭਾਦੋਂ, ਇਹ 2 ਮਹੀਨੇ ਰੁਕ ਰੁਕ ਕੇ ਜਿਹੜੀ ਵਰਖਾ ਭਾਦੋਂ ਦੇ ਮਹੀਨੇ ਵੀ ਕਈ ਵਾਰ ਆ ਜਾਂਦੀ ਹੈ। ਬੱਦਲਾਂ ਨੂੰ ਵੇਖ ਕੇ ਕਿਹੜਾ ਪੰਛੀ ਖੁਸ਼ ਹੋ ਕੇ ਪੈਲਾਂ ਪਾਉਂਦਾ ਹੈ? ਸੋ ਬੱਦਲਾਂ ਨੂੰ ਵੇਖ ਕੇ ਮੋਰ ਖੁਸ਼ੀ ਖੁਸ਼ੀ ਪੈਲਾਂ ਪਾਉਂਦਾ ਹੈ ਜਾਂ ਮੋਰ ਖੁਸ਼ੀ ਵਿੱਚ ਪੈਲਾਂ ਪਾਉਂਦਾ ਹੈ। ਵਰਖਾ ਰੁੱਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ? ਉੱਤਰ ਹੈ ਵਰਖਾ ਰੁੱਤ ਸਾਨੂੰ ਬਹੁਤ ਪਿਆਰੀ ਲੱਗਦੀ ਹੈ। ਸੋ ਬੱਚਿਓ, ਜਿਹੜੀ ਵਰਖਾ ਰੀਤੂ ਹੈ ਉਹ ਮਨੁੱਖ ਨੂੰ, ਪਸ਼ੂ ਨੂੰ, ਪੰਛੀਆਂ ਨੂੰ, ਹਰ ਇੱਕ ਨੂੰ ਚੰਗੀ ਲੱਗਦੀ ਹੈ ਕਿਉਂਕਿ ਅੰਤਾਂ ਦੀ ਗਰਮੀ ਤੋਂ ਬਾਅਦ ਜਿਹੜੀ ਇਹ ਰੁੱਤ ਆਉਂਦੀ ਹੈ। ਇਸ ਰੁੱਤ ਦੇ ਵਿੱਚ ਸਾਨੂੰ ਜੋ ਗਰਮੀ ਤੋਂ ਰਾਹਤ ਮਿਲਦੀ ਹੈ, ਵਰਖਾ ਪੈਣ ਨਾਲ ਜਿਹੜਾ ਮੌਸਮ ਆ ਉਹ ਸੁਹਾਵਣਾ ਹੋ ਜਾਂਦਾ। ਮੌਸਮ ਦੇ ਵਿੱਚ ਨਮੀ ਅਤੇ ਠੰਡੀ ਭਰ ਜਾਂਦੀ ਹੈ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਹਨ। ਇਸ ਕਰਕੇ ਇਹ ਜਿਹੜੀ ਰੁੱਤ ਆ ਸਭ ਨੂੰ ਬਹੁਤ ਹੀ ਪਿਆਰੀ ਲੱਗਦੀ ਹੈ। ਅਗਲਾ ਹੈਗਾ ਬੇਟਾ, ਜਿਵੇਂ ਕਿ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ। ਵਿਕਲਪ ਬੇਟਾ ਤੁਹਾਨੂੰ ਆਪਸ਼ਨਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਤੁਸੀਂ ਸਹੀ ਜਿਹੜਾ ਉੱਤਰ ਆ ਉਹਦੀ ਚੋਣ ਕਰਨੀ ਹੈ। ਪਹਿਲਾ ਹੈ ਕਿ ਸਾਵਣ ਰੁੱਤ ਵਿੱਚ ਅਸਮਾਨ ਵਿੱਚ ਕੀ ਛਾ ਗਏ ਹਨ? ਉੱਤਰ ਹੈ ਤਾਰੇ, ਕਾਲੇ ਕਾਲੇ ਬੱਦਲ ਅਤੇ ਰੁੱਖ। ਸੋ ਬੇਟਾ ਉੱਤਰ ਹੋਏਗਾ ਕਾਲੇ ਕਾਲੇ ਬੱਦਲ। ਸਵਾਲ ਨੰਬਰ ਹੈੜਾ, ਸਾਵਣ ਦੀ ਰੁੱਤ ਸਭ ਨੂੰ ਕੀ ਲੱਗਦੀ ਹੈ? ਭੈੜੀ, ਉਕਾਊ ਜਾਂ ਚੰਗੀ? ਸੋ ਬੇਟਾ ਆਪਾਂ ਉੱਪਰ ਪੜ੍ਹ ਕੇ ਆਏ ਹਾਂ, ਸਾਵਣ ਦੀ ਰੁੱਤ ਸਭ ਨੂੰ ਚੰਗੀ ਲੱਗਦੀ ਹੈ। ਸੋ ਇਹਦਾ ਉੱਤਰ ਹੋਏਗਾ ਚੰਗੀ। ਸਾਵਣ ਮਹੀਨੇ ਨੂੰਹਾਂ ਧੀਆਂ ਇਕੱਠੀਆਂ ਹੋ ਕੇ ਕੀ ਮਨਾਉਂਦੀਆਂ ਹਨ? ਸੋ ਬੇਟਾ ਜਿਹੜੀਆਂ ਔਰਤਾਂ ਅਤੇ ਧੀਆਂ ਕੁੜੀਆਂ ਦਾ ਜਿਹੜਾ ਫੈਸਟੀਵਲ ਹੈ ਉਹ ਹੈਗਾ ਤੀਆਂ। ਸੋ ਸਾਵਣ ਦੇ ਮਹੀਨੇ ਵਿੱਚ ਉਹ ਕੁੜੀਆਂ ਇਕੱਠੀਆਂ ਹੋ ਕੇ ਕੀ ਮਨਾਉਂਦੀਆਂ ਹਨ? ਤੀਆਂ ਦਾ ਤਿਉਹਾਰ, ਭਾਵ ਤੀਆਂ। ਇਹਦਾ ਉੱਤਰ ਹੋਏਗਾ ਤੀਆਂ। ਭੈਣਾਂ ਕਿਸ ਦਾ ਰਾਹ ਤੱਕਦੀਆਂ ਹਨ? ਉੱਤਰ ਹੈ ਖੀਰਾਂ ਦਾ, ਵੀਰਾਂ ਦਾ ਜਾਂ ਕਿਸੇ ਦਾ ਨਹੀਂ। ਸੋ ਉੱਤਰ ਹੋਏਗਾ ਵੀਰਾਂ ਦਾ। ਭੈਣਾਂ ਸਾਵਣ ਦੇ ਮਹੀਨੇ ਆਪਣੇ ਵੀਰਾਂ ਦਾ ਜਿਹੜਾ ਰਾਹ ਤੱਕਦੀਆਂ ਹਨ। ਸੋ ਬੇਟਾ ਅੱਗੇ ਹੈਗੇ ਨੇ ਇਸੇ ਚੈਪਟਰ ਦੇ ਜਿਹੜੇ ਕੁਐਸਚਨ ਆਨਸਰ ਨੇ, ਆਓ ਉਹਨਾਂ 'ਤੇ ਵੀ ਝਾਤ ਮਾਰਦੇ ਹਾਂ ਕਿਉਂਕਿ ਇਹਨਾਂ ਸਵਾਲਾਂ ਵਿੱਚੋਂ ਹੀ ਤੁਹਾਡੇ ਜਿਹੜੇ ਸ਼ਾਰਟ ਕੁਐਸਚਨ ਨੇ ਉਹ ਬਣਦੇ ਹਨ। ਸਾਵਣ ਦੇ ਮਹੀਨੇ ਕੀ ਵਸਦਾ ਹੈ ਅਤੇ ਕੌਣ ਖਿੜ ਖਿੜ ਹੱਸਦਾ ਹੈ? ਉੱਤਰ ਹੈ ਸਾਵਣ ਮਹੀਨੇ ਕਣੀਆਂ ਵਸਦੀਆਂ ਹਨ, ਭਾਵ ਮੀਂਹ ਵਸਦਾ ਹੈ
ਤੇ ਕੁੜੀਆਂ ਖਿੜ ਖਿੜ ਕੇ ਹੱਸਦੀਆਂ ਹਨ। ਸੋ ਸਾਉਣ ਮਹੀਨੇ ਬੇਟਾ ਕਣੀਆਂ ਪੈਂਦੀਆਂ ਹਨ, ਮੀਂਹ ਵਸਦਾ ਹੈ ਅਤੇ ਜਿਹੜੀਆਂ ਕੁੜੀਆਂ ਨੇ ਅਤੇ ਚਿੜੀਆਂ ਨੇ, ਕੁੜੀਆਂ ਨੂੰ ਚਿੜੀਆਂ ਕਿਹਾ ਗਿਆ, ਕੁੜੀਆਂ ਚਿੜੀਆਂ ਭਾਵ ਮਨੁੱਖ, ਪਸ਼ੂ, ਪੰਛੀ ਸਾਰੇ ਖੁਸ਼ ਹੁੰਦੇ ਹਨ। ਸੋ ਕੁੜੀਆਂ ਖਿੜ ਖਿੜ ਕੇ ਹੱਸਦੀਆਂ ਹਨ। ਸਵੈ ਨੰਬਰ ਆੜਾ, ਨੂੰਹਾਂ ਧੀਆਂ ਸਾਵਣ ਦੀ ਰੁੱਤ ਦਾ ਆਨੰਦ ਕਿਵੇਂ ਲੈਂਦੀਆਂ ਹਨ? ਉੱਤਰ ਹੈ ਨੂੰਹਾਂ ਧੀਆਂ ਤੀਆਂ ਦੇ ਵਿੱਚ। ਹੁਣ ਬੇਟਾ ਧੀਆਂ ਤੋਂ ਬਾਅਦ ਜਦੋਂ ਅਸੀਂ ਤੀਆਂ ਸ਼ਬਦ ਪੜ੍ਹਦੇ ਹਾਂ ਥੋੜ੍ਹਾ ਅਜੀਬ ਲੱਗਦਾ, ਬਟ ਨੂੰਹਾਂ ਧੀਆਂ ਤੀਆਂ ਦੇ ਵਿੱਚ ਇਕੱਠੀਆਂ ਹੋ ਕੇ ਨੱਚ ਟੱਪ ਕੇ ਇਸ ਰੁੱਤ ਦਾ ਆਨੰਦ ਲੈਂਦੀਆਂ ਹਨ। ਅਗਲਾ ਸਵਾਲ ਹੈ ਕਿ ਫਸਲਾਂ ਉੱਤੇ ਸਾਵਣ ਦੀ ਰੁੱਤ ਦਾ ਕੀ ਪ੍ਰਭਾਵ ਨਜ਼ਰ ਆਉਂਦਾ ਹੈ? ਸੋ ਬੇਟਾ ਜਿਵੇਂ ਅਸੀਂ ਗੱਲ ਕਰੀਏ ਕਿ ਸਾਰਾ ਆਲਾ ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ, ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਚਿਹਰੇ ਉੱਤੇ ਲਾਲੀ ਆ ਜਾਂਦੀ ਹੈ, ਭਾਵ ਖੁਸ਼ੀ ਆ ਜਾਂਦੀ ਹੈ। ਸੋ ਬੇਟਾ ਇਹ ਸਾਵਣ ਰਿਤੂ ਨਾਲ ਸੰਬੰਧਿਤ ਜਿਹੜੇ ਚੈਪਟਰ ਦੇ MCQ ਸੀਗੇ, ਬੁੱਕ ਵਰਕ ਸੀਗਾ। ਅਤੇ ਅਗਲਾ ਬੇਟਾ ਜਿਹੜਾ ਚੈਪਟਰ ਆ ਤੁਹਾਡਾ ਉਹ ਹੈ ਅਧਿਆਪਕਾਂ ਦਾ ਸਤਿਕਾਰ। ਸੋ ਬੇਟਾ ਇਹਦੇ ਵਿੱਚ ਜਿਹੜਾ ਅਰਵਿੰਦ ਨਾਮ ਦਾ ਇੱਕ ਬੱਚਾ ਹੈ, ਉਸਦੇ ਮੈਥ ਵਾਲੇ ਅਧਿਆਪਕ ਉਹਨੂੰ ਗਲਤ ਸਵਾਲ ਕੱਢਣ 'ਤੇ ਡਾਂਟ ਦਿੰਦੇ ਹਨ, ਕੁੱਟਦੇ ਨੇ, ਲਾ ਲਓ ਉਹਦੇ 2 ਥੱਪੜ ਲੱਗ ਜਾਂਦੇ ਨੇ ਗਲਤੀ ਕਰਨ 'ਤੇ। ਤਾਂ ਬੇਟਾ ਉਹ ਘਰ ਆ ਕੇ ਉਸ ਗੱਲ ਨੂੰ ਵਧਾ ਚੜ੍ਹਾ ਕੇ ਆਪਣੀ ਜਿਹੜੀ ਉਹਨਾਂ ਦੀ ਮਾਤਾ ਨੀਲਮ ਉਸ ਨੂੰ ਆ ਕੇ ਦੱਸਦੇ ਨੇ, ਅਤੇ ਉਹ ਬੜੀ ਦੁਖੀ ਹੁੰਦੀ ਆ, ਬੜੀ ਗੁੱਸੇ ਵਿੱਚ ਆਉਂਦੀ ਆ, ਅਤੇ ਉਹ ਕਹਿੰਦੀ ਹੈ ਕਿ ਤੇਰੇ ਪਿਤਾ ਜੀ ਨੂੰ ਆਉਣ ਦੇ, ਅਸੀਂ ਤੁਹਾਡੀ ਮੈਡਮ ਨੂੰ ਉਹਨਾਂ ਦੀ ਖਬਰਸਾਰ ਲੈਂਦੇ ਹਾਂ। ਅਤੇ ਉਹ ਉਸ ਦੇ ਬੱਚੇ ਦੇ ਪਿਤਾ ਨੂੰ ਵੀ ਕਹਿੰਦੇ ਨੇ ਕਿ ਅਸੀਂ ਮੈਡਮ ਨੇ ਕਿਉਂ ਮਾਰਿਆ, ਜ਼ਰੂਰੀ ਨਹੀਂ ਕਿ ਬੱਚਿਆਂ ਨੂੰ ਮਾਰਿਆ ਜਾਵੇ। ਚਲੋ ਇੱਕ ਘਰ ਦੇ ਵਿੱਚ ਰੋਸਾ ਹੁੰਦਾ। ਅਤੇ ਉਸ ਤੋਂ ਬਾਅਦ ਜਦੋਂ ਇਹ ਹੱਲਾ ਗੁੱਲਾ ਘਰ ਦੇ ਵਿੱਚ ਰੌਲਾ ਪੈਂਦਾ ਤਾਂ ਉਸਦੇ ਦਾਦਾ ਜੀ ਆਏ, ਉਹ ਕਹਿੰਦੇ ਅਸੀਂ ਕੱਲ੍ਹ ਨੂੰ ਜਾਵਾਂਗੇ, ਇਹਦੀ ਮੈਡਮ ਨੂੰ ਕਹਿ ਕੇ ਆਵਾਂਗੇ, ਲੜ ਕੇ ਆਵਾਂਗੇ। ਅਤੇ ਦਾਦਾ ਜੀ ਕਹਿੰਦੇ ਭਾਈ ਜੇ ਅਰਵਿੰਦ ਨੂੰ ਉਹਦੇ ਮੈਥ ਵਾਲੇ ਟੀਚਰ ਨੇ ਮਾਰਿਆ ਹੈ, ਮੈਡਮ ਨੇ ਮਾਰਿਆ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੀ ਗਲਤੀ ਸੀ, ਅਤੇ ਕਹਿੰਦੇ ਵੀ ਉਹਨੂੰ ਸੁਧਾਰਨ ਲਈ ਉਹਦੇ ਜਿਹੜੇ ਅਧਿਆਪਕ ਨੇ ਮਾਰਿਆ ਹੈ। ਸੋ ਕਹਿੰਦੇ ਜਿਵੇਂ ਅਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਘੂਰ ਦਿੰਦੇ ਹਾਂ ਅਤੇ ਸਕੂਲ ਦੇ ਵਿੱਚ ਇਹਨਾਂ ਦੇ ਮਾਪੇ ਇਹਨਾਂ ਦੇ ਅਧਿਆਪਕ ਹਨ, ਫਿਰ ਕੀ ਹੋ ਗਿਆ? ਜੇਕਰ ਇਸ ਦੀ ਮੈਡਮ ਨੇ ਮਾਰਿਆ ਹੈ ਤਾਂ ਇਸ ਨੂੰ ਸੁਧਾਰਨ ਲਈ ਹੀ ਮਾਰਿਆ ਹੈ। ਸੋ ਉਹਨਾਂ ਨੇ ਕਿਹਾ ਕਿ ਇੰਨਾ ਬੱਚਿਆਂ ਨੂੰ ਜ਼ਿਆਦਾ ਵੀ ਸਿਰ 'ਤੇ ਨਹੀਂ ਚੜ੍ਹਾਈਦਾ। ਸੋ ਉਹਦੇ ਦਾਦਾ ਜੀ ਨੇ ਉਹਨਾਂ ਨੂੰ ਸਮਝਾਇਆ, ਉਹਨਾਂ ਦੇ ਮਾਤਾ ਪਿਤਾ ਨੂੰ, ਕਿ ਹਰ ਇੱਕ ਨਿੱਕੀ ਨਿੱਕੀ ਗੱਲ ਦੇ ਉੱਪਰ ਅਸੀਂ ਅਧਿਆਪਕਾਂ ਨਾਲ ਲੜਨ ਨਹੀਂ ਜਾਈਦਾ, ਸਾਡਾ ਫਰਜ਼ ਬਣਦਾ ਕਿ ਅਧਿਆਪਕਾਂ ਨਾਲ ਕੋਆਪਰੇਟ ਕਰੀਏ ਅਤੇ ਉਹਨਾਂ ਦਾ ਸਤਿਕਾਰ ਕਰੀਏ। ਅਤੇ ਫਿਰ ਉਹਦੇ ਦਾਦਾ ਜੀ ਅਰਵਿੰਦ ਨੂੰ ਪੁੱਛਦੇ ਨੇ ਕਿ ਬੇਟਾ ਝੂਠ ਨਹੀਂ ਮਾਰਨਾ, ਮੈਡਮ ਨੇ ਜਿਵੇਂ ਤੁਸੀਂ ਰੋ ਕੇ ਦੱਸ ਰਹੇ ਹੋ ਕਿ ਇੰਨਾ ਮਾਰਿਆ ਸੀ? ਅਤੇ ਕਹਿੰਦਾ ਨਹੀਂ ਜੀ, ਮੈਨੂੰ 2 ਥੱਪੜ ਮਾਰੇ ਸੀ, ਜਾਂ ਮੇਰੇ ਥੱਪੜ ਮਾਰਿਆ ਸੀ, ਮੇਰੀ ਕਲਾਸ ਦੇ ਵਿੱਚ ਬੇਇੱਜ਼ਤੀ ਹੋ ਗਈ। ਅਤੇ ਦਾਦਾ ਜੀ ਕਹਿੰਦੇ ਵੀ ਭਾਈ ਜੇ ਤੇਰੀ ਬੇਇੱਜ਼ਤੀ ਕਲਾਸ 'ਚ ਹੋਈ ਆ, ਤੂੰ ਪੜ੍ਹਿਆ ਨਹੀਂ ਤਾਂ ਤੈਨੂੰ ਤੇਰੀ ਬੇਇੱਜ਼ਤੀ ਹੋਈ, ਤੈਨੂੰ ਮਾਰਿਆ। ਅਤੇ ਦਾਦਾ ਜੀ ਕਹਿੰਦੇ ਭਾਈ ਤੂੰ ਮਿਹਨਤ ਕਰ, ਚੰਗੇ ਨੰਬਰ ਲੈ ਕੇ ਜਾ, ਉਸੇ ਮੈਮ ਤੋਂ ਕਲਾਸ ਦੇ ਵਿੱਚ ਸ਼ਾਬਾਸ਼ੀ ਲੈ, ਅਤੇ ਇਹਦੇ ਵਿੱਚ ਤੇਰੀ ਟੌਰ ਹੈ ਕਿ ਵੀ ਮੈਂ ਕੱਲ੍ਹ ਸਵਾਲ ਨਾ ਕੱਢਣ ਕਰਕੇ ਮਾਰ ਖਾਧੀ, ਅੱਜ ਸਵਾਲ ਕੱਢ ਕੇ ਮਿਹਨਤ ਕਰਕੇ ਮੈਂ ਸ਼ਾਬਾਸ਼ੀ ਲਈ। ਸੋ ਬੇਟਾ ਫਿਰ ਐਂਡ ਦੇ ਉੱਪਰ ਜਿਹੜਾ ਅਰਵਿੰਦ ਆ ਫਿਰ ਆਪਣੇ ਦਾਦਾ ਜੀ ਨੂੰ ਵਾਅਦਾ ਕਰਦਾ ਹੈ ਕਿ ਮੈਂ ਹੁਣ ਖੂਬ ਮਿਹਨਤ ਕਰਾਂਗਾ, ਪੜ੍ਹਾਂਗਾ ਅਤੇ ਮੈਡਮ ਤੋਂ ਸ਼ਾਬਾਸ਼ ਲਵਾਂਗਾ। ਸੋ ਇਸ ਤਰ੍ਹਾਂ ਬੇਟਾ ਇਹ ਜਿਹੜਾ ਚੈਪਟਰ ਆ ਇਹ ਅਧਿਆਪਕ ਦੇ ਸਤਿਕਾਰ ਪ੍ਰਤੀ ਅਤੇ ਬੱਚਿਆਂ ਨੂੰ ਪੜ੍ਹਨ ਪ੍ਰਤੀ ਸਾਨੂੰ ਜਿਹੜੀ ਪ੍ਰੇਰਨਾ ਦਿੰਦਾ ਹੈ। ਆਓ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਪੜ੍ਹਦੇ ਹਾਂ। ਅਧਿਆਪਕ ਵਿਦਿਆਰਥੀਆਂ ਨੂੰ ਕੀ ਪ੍ਰਦਾਨ ਕਰਦੇ ਹਨ? ਉੱਤਰ ਹੈ ਗਿਆਨ। ਸੋ ਬੇਟਾ ਜਿਹੜੇ ਅਧਿਆਪਕ ਨੇ ਉਹ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਦੇ ਹਨ। ਅਧਿਆਪਕ ਦਾ ਦਰਜਾ ਕਿਸ ਦੇ ਸਮਾਨ ਹੁੰਦਾ ਹੈ? ਸੋ ਜਿਵੇਂ ਬੇਟਾ ਅਸੀਂ ਆਪਣੇ ਸਕੂਲ ਨੂੰ ਮੰਦਰ ਕਹਿੰਦੇ ਹਾਂ ਅਤੇ ਉਹਦੇ ਵਿਚਲੇ ਜਿਹੜੇ ਭਗਵਾਨ ਨੇ ਉਹ ਅਸੀਂ ਅਧਿਆਪਕਾਂ ਨੂੰ ਮੰਨਦੇ ਹਾਂ। ਸ਼ੁਰੂ ਤੋਂ ਹੀ ਇਹ ਇੱਕ ਰੀਤ ਆ ਕਿ ਅਧਿਆਪਕਾਂ ਨੂੰ ਬੜਾ ਸਤਿਕਾਰਯੋਗ ਰੁਤਬਾ ਸਾਡੇ ਸਮਾਜ ਨੇ ਦਿੱਤਾ, ਪਰ ਅੱਜ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਮਿਆਰੀਕਰਨ ਹੋ ਗਿਆ। ਅਸੀਂ ਅਧਿਆਪਕਾਂ ਨੂੰ ਉਨਾ ਸਤਿਕਾਰ ਨਹੀਂ ਦਿੰਦੇ ਜਿੰਨੇ ਤੁਹਾਡੇ ਜਿਹੜੇ ਮਾਤਾ ਪਿਤਾ ਸੀਗੇ ਉਹ ਆਪਣੇ ਅਧਿਆਪਕਾਂ ਨੂੰ ਦਿਆ ਕਰਦੇ ਸੀ। ਸੋ ਜੇ ਅਸੀਂ ਬੇਟਾ ਗੱਲ ਕਰੀਏ ਅਧਿਆਪਕ ਦਾ ਦਰਜਾ ਕਿਸ ਦੇ ਸਮਾਨ ਹੁੰਦਾ ਹੈ? ਉੱਤਰ ਹੈ ਭਗਵਾਨ ਦੇ ਸਮਾਨ। ਵਿਦਿਆਰਥੀਆਂ ਨੂੰ ਅਧਿਆਪਕਾਂ ਪ੍ਰਤੀ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ? ਉੱਤਰ ਹੈ ਸਨਮਾਨ ਵਾਲਾ, ਸਤਿਕਾਰ ਵਾਲਾ, ਅਦਬ ਵਾਲਾ, ਇੱਜ਼ਤ ਵਾਲਾ। ਸੋ ਅਸੀਂ ਕੋਈ ਵੀ ਉੱਤਰ ਬੇਟਾ ਇਹਦੇ ਵਿੱਚ ਲਿਖ ਸਕਦੇ ਹਾਂ। ਸੋ ਜਿਹੜਾ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਸਨਮਾਨ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ, ਜਿਹਦੇ ਵਿੱਚ ਅਧਿਆਪਕਾਂ ਦਾ ਆਦਰ ਅਤੇ ਸਤਿਕਾਰ ਹੋਵੇ। ਮਾਪਿਆਂ ਦੇ ਅਧਿਆਪਕਾਂ ਪ੍ਰਤੀ ਕੀ ਫਰਜ਼ ਹੁੰਦੇ ਹਨ? ਉੱਤਰ ਹੈ ਮਾਪੇ ਵੀ ਅਧਿਆਪਕਾਂ ਦਾ ਸਤਿਕਾਰ ਕਰਨ। ਇਹ ਵੀ ਮਾਪਿਆਂ ਦੇ ਫਰਜ਼ ਨੇ ਅਧਿਆਪਕਾਂ ਪ੍ਰਤੀ, ਅਤੇ ਮਾਪੇ ਅਧਿਆਪਕਾਂ ਨਾਲ ਕੋਆਪਰੇਟ ਕਰਨ। ਜੇਕਰ ਅਧਿਆਪਕ ਕਿਸੇ ਗੱਲ ਤੋਂ ਉਹਨਾਂ ਦੇ ਬੱਚੇ ਨੂੰ ਘੂਰਦੇ ਨੇ,
ਸਾਨੂੰ ਅਧਿਆਪਕਾਂ ਨਾਲ ਜਾ ਕੇ ਬੈਂਸਣਾ ਨਹੀਂ ਚਾਹੀਦਾ, ਸਗੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਅਤੇ ਸਮਝਣਾ ਚਾਹੀਦਾ ਕਿ ਸਾਡੇ ਬੱਚੇ ਨੂੰ ਸੁਧਾਰਨ ਲਈ ਅਧਿਆਪਕ ਨੇ ਮਾਰਿਆ ਜਾਂ ਘੂਰਿਆ। ਸੋ ਬੇਟਾ ਇਹ ਜਿਹੜਾ ਚੈਪਟਰ ਆ ਅਧਿਆਪਕਾਂ ਦੇ ਸਤਿਕਾਰ ਨਾਲ ਅਤੇ ਵਿਦਿਆਰਥੀਆਂ ਦੇ ਸੁਧਾਰ ਨਾਲ ਸੰਬੰਧ ਰੱਖਦਾ ਹੈ। ਸੋ ਅਗਲਾ ਹੈਗਾ ਬੇਟਾ ਇਹਦੇ ਵਿੱਚ ਜਿਹੜੇ MCQs ਨੇ ਬਹੁ ਵਿਕਲਪੀ ਪ੍ਰਸ਼ਨ, ਜਿਹਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਹੋਏਗੀ ਅਤੇ ਤੁਸੀਂ ਆਪਣੇ ਸਵਾਲ ਦਾ ਜਿਹੜਾ ਆਨਸਰ ਆ ਉਹਨਾਂ ਆਪਸ਼ਨਾਂ ਦੇ ਵਿੱਚੋਂ ਚੁਣਨਾ ਹੋਏਗਾ। ਜਿਵੇਂ ਕਿ ਅਰਵਿੰਦ ਰੋਂਦਾ ਰੋਂਦਾ ਕਿੱਥੇ ਆਇਆ? ਉੱਤਰ ਹੈ ਸਕੂਲ, ਘਰ ਜਾਂ ਬਾਜ਼ਾਰ। ਸੋ ਬੇਟਾ ਬੱਚਾ ਰੋਂਦਾ ਰੋਂਦਾ ਕਿੱਥੇ ਆਏਗਾ? ਘਰ ਹੀ ਆਏਗਾ। ਸੋ ਇਹਦਾ ਉੱਤਰ ਹੈ ਘਰ। ਅਰਵਿੰਦ ਨੂੰ ਕਿਸ ਨੇ ਮਾਰਿਆ ਸੀ? ਮੈਡਮ ਜੀ ਨੇ, ਦੋਸਤ ਨੇ ਜਾਂ ਦਾਦੀ ਜੀ ਨੇ? ਸੋ ਬੇਟਾ ਉੱਤਰ ਹੈ ਮੈਡਮ ਜੀ ਨੇ। ਤੁਹਾਨੂੰ ਇਹ ਵੀ ਆ ਸਕਦਾ ਕਿ ਕਿਹੜੇ ਵਿਸ਼ੇ ਦੇ ਅਧਿਆਪਕ ਨੇ ਮਾਰਿਆ ਸੀ? ਆਪਾਂ ਬੇਟਾ ਦਾ ਉੱਤਰ ਲਿਖਾਂਗੇ ਮੈਥ ਵਾਲੇ ਅਧਿਆਪਕ ਨੇ, ਜਾਂ ਗਣਿਤ ਵਾਲੇ ਅਧਿਆਪਕ ਨੇ, ਜਾਂ ਹਿਸਾਬ ਵਾਲੇ ਅਧਿਆਪਕ ਨੇ। ਅਰਵਿੰਦ ਨੂੰ ਕਿਸ ਨੇ ਮਾਰਿਆ? ਮੈਡਮ ਜੀ ਨੇ। ਸੋ ਈੜੀ ਹੈ ਬੇਟਾ ਮੈਡਮ ਦੁਆਰਾ ਮਾਰੇ ਜਾਣ ਦੀ ਗੱਲ ਸੁਣ ਕੇ ਕੌਣ ਕੌਣ ਗੁੱਸੇ ਵਿੱਚ ਆ ਗਿਆ? ਅਰਵਿੰਦ ਦੇ ਮਾਤਾ ਪਿਤਾ, ਅਰਵਿੰਦ ਦੇ ਦਾਦਾ ਜੀ ਜਾਂ ਮੁੱਖ ਅਧਿਆਪਕ। ਸੋ ਬੇਟਾ ਅਰਵਿੰਦ ਦੇ ਮਾਤਾ ਪਿਤਾ ਜੀ ਗੁੱਸੇ ਵਿੱਚ ਆਏ ਸਨ। ਉਹਨਾਂ ਦੇ ਦਾਦਾ ਜੀ ਨੂੰ ਉਸ ਗੱਲ 'ਤੇ ਗੁੱਸਾ ਨਹੀਂ ਸੀ ਆਇਆ, ਉਹਨਾਂ ਨੇ ਉਹਨਾਂ ਨੂੰ ਸਮਝਾਇਆ ਸੀ। ਸੋ ਮੈਡਮ ਦੁਆਰਾ ਮਾਰੇ ਜਾਣ ਦੀ ਗੱਲ ਸੁਣ ਕੇ ਅਰਵਿੰਦ ਦੇ ਜਿਹੜੇ ਮਾਤਾ ਪਿਤਾ ਸੀਗੇ ਉਹ ਗੁੱਸੇ ਵਿੱਚ ਆ ਗਏ ਸਨ। ਸਕੂਲ ਵਿੱਚ ਬੱਚਿਆਂ ਦੇ ਮਾਂ-ਬਾਪ ਸਮਾਨ ਕੌਣ ਹੁੰਦੇ ਹਨ? ਉੱਤਰ ਹੈ ਜਮਾਤੀ, ਵੱਡੇ ਵਿਦਿਆਰਥੀ ਜਾਂ ਅਧਿਆਪਕ। ਸੋ ਬੇਟਾ ਇਹਦਾ ਮੇਨ ਆਨਸਰ ਹੋਏਗਾ ਅਧਿਆਪਕ। ਸਕੂਲ ਵਿੱਚ ਬੱਚਿਆਂ ਦੇ ਮਾਂ-ਬਾਪ ਸਮਾਨ ਉਹਨਾਂ ਦੇ ਅਧਿਆਪਕ ਹੁੰਦੇ ਹਨ। ਸੋ ਅਗਲਾ ਹੈਗਾ ਬੇਟਾ ਇਸੇ ਚੈਪਟਰ ਦੇ ਜਿਹੜੇ ਮੇਨ ਕੁਐਸਚਨ ਆਨਸਰ ਨੇ ਆਪਾਂ ਉਹਨਾਂ 'ਤੇ ਵੀ ਝਾਤ ਪਾਉਂਦੇ ਹਾਂ ਕਿ ਅਰਵਿੰਦ ਦੀ ਮਾਤਾ ਜੀ ਦਾ ਨਾਂ ਕੀ ਸੀ? ਅਰਵਿੰਦ ਨੂੰ ਰੋਂਦੇ ਵੇਖ ਕੇ ਉਹਨਾਂ ਦੀ ਕੀ ਹਾਲਤ ਹੋਈ? ਉੱਤਰ ਹੈ ਅਰਵਿੰਦ ਦੀ ਮਾਤਾ ਜੀ ਦਾ ਨਾਂ ਨੀਲਮ ਸੀ। ਸੋ ਉਹਨਾਂ ਦਾ ਨਾਮ ਕੀ ਸੀ? ਨੀਲਮ। ਅਰਵਿੰਦ ਨੂੰ ਰੋਂਦਾ ਵੇਖ ਉਹ ਘਬਰਾ ਗਏ ਅਤੇ ਬਹੁਤ ਗੁੱਸੇ ਹੋਏ। ਇਹ ਬੇਟਾ ਰਿਐਕਸ਼ਨ ਹੋਇਆ ਜਦੋਂ ਉਹਨਾਂ ਨੇ ਅਰਵਿੰਦ ਨੂੰ ਰੋਂਦਿਆਂ ਆਉਂਦੇ ਘਰ ਵੇਖਿਆ। ਅਰਵਿੰਦ ਵੀ ਰੋਂਦਾ ਰੋਂਦਾ ਘਰ ਆਇਆ ਅਤੇ ਫਿਰ ਉਹ ਘਬਰਾ ਗਏ ਵੀ ਕਿਉਂ ਰੋ ਰਿਹਾ, ਅਤੇ ਜਦੋਂ ਪਤਾ ਲੱਗਿਆ ਅਧਿਆਪਕ ਨੇ ਮਾਰਿਆ ਅਤੇ ਫਿਰ ਬਹੁਤ ਗੁੱਸੇ ਹੋਏ। ਐੜਾ ਅਰਵਿੰਦ ਨੂੰ ਮੈਡਮ ਜੀ ਨੇ ਕਿਉਂ ਮਾਰਿਆ ਸੀ? ਸੋ ਬੇਟਾ ਕਦੇ ਵੀ ਕੋਈ ਅਧਿਆਪਕ ਤੁਹਾਨੂੰ ਪਹਿਲੀ ਗੱਲ ਤਾਂ ਕਿ ਮਾਰਦੇ ਨਹੀਂ, ਅਤੇ ਦੂਸਰੀ ਗੱਲ ਹੁੰਦੀ ਹੈ ਤੁਹਾਨੂੰ ਸੁਧਾਰਨ ਲਈ ਘੂਰਦੇ ਨੇ, ਅਤੇ ਤੀਸਰੀ ਵੱਡੀ ਗੱਲ ਬੇਟਾ ਇਹ ਹੈ ਜੇਕਰ ਤੁਸੀਂ ਕੋਈ ਵੱਡੀ ਗਲਤੀ ਕਰਦੇ ਹੋ ਤਾਂ ਅਧਿਆਪਕ ਤੁਹਾਨੂੰ ਅੱਕ ਕੇ ਆਪਣੇ ਬੱਚਿਆਂ ਸਮਾਨ ਸਮਝ ਕੇ ਮਾਰਦੇ ਨੇ। ਕੋਈ ਵੀ ਅਧਿਆਪਕ ਬੇਟਾ ਕਿਸੇ ਵੀ ਬੱਚੇ ਨਾਲ ਕੋਈ ਰੰਜਿਸ਼ ਦੇ ਤੌਰ 'ਤੇ ਨਹੀਂ ਮਾਰਦੇ ਕਿ ਕਿਸੇ ਬੱਚੇ ਨਾਲ ਕੋਈ ਨਿੱਜੀ ਰੰਜਿਸ਼ ਆ ਤਾਂ ਮਾਰਦੇ ਨੇ। ਸੋ ਅਰਵਿੰਦ ਦੇ ਜਿਹੜੇ ਮੈਡਮ ਸੀ ਉਹਨਾਂ ਨੇ ਕਿਉਂ ਮਾਰਿਆ ਸੀ? ਉੱਤਰ ਹੈ ਅਰਵਿੰਦ ਨੂੰ ਮੈਡਮ ਜੀ ਨੇ ਗਲਤ ਸਵਾਲ ਕੱਢਣ 'ਤੇ ਮਾਰਿਆ। ਸੋ ਅਰਵਿੰਦ ਨੇ ਬੇਟਾ ਜਿਹੜਾ ਮੈਥ ਦਾ ਸਵਾਲ ਸੀ ਉਹ ਗਲਤ ਕੱਢਿਆ ਸੀ, ਇਸ ਕਰਕੇ ਉਹਨਾਂ ਦੇ ਮੈਥ ਵਾਲੇ ਅਧਿਆਪਕ ਨੇ ਉਹਨਾਂ ਨੂੰ ਮਾਰਿਆ ਸੀ। ਅਰਵਿੰਦ ਨੂੰ ਗਲਤ ਸਵਾਲ ਕੱਢਣ ਕਰਕੇ ਮੈਡਮ ਨੇ ਮਾਰਿਆ ਸੀ। ਈੜੀ ਦਾਦਾ ਜੀ ਨੇ ਅਰਵਿੰਦ ਅਤੇ ਉਸ ਦੇ ਮਾਤਾ ਪਿਤਾ ਨੂੰ ਕੀ ਸਮਝਾਇਆ? ਉੱਤਰ ਹੈ ਉਹਨਾਂ ਕਿਹਾ ਸ਼ਾਂਤ ਹੋ ਜਾਓ, ਮੈਡਮ ਨੇ ਸਾਡੇ ਬੱਚੇ ਨੂੰ ਸੁਧਾਰਨ ਲਈ ਹੀ ਤਾਂ ਮਾਰਿਆ ਹੈ। ਉਹ ਉਹਨਾਂ ਦੇ ਜਿਹੜੇ ਦਾਦਾ ਜੀ ਉਹਨਾਂ ਨੂੰ ਜਦੋਂ ਘਰ ਦੇ ਵਿੱਚ ਰੌਲਾ ਪੈ ਰਿਹਾ ਸੀ ਉਹ ਕਹਿੰਦੇ ਵੀ ਸ਼ਾਂਤ ਹੋ ਜਾਓ, ਵੀ ਜਿਹੜਾ ਮੈਡਮ ਨੇ ਮਾਰਿਆ ਸਾਡੇ ਬੱਚੇ ਨੂੰ ਸੁਧਾਰਨ ਲਈ ਤਾਂ ਮਾਰਿਆ, ਤੁਸੀਂ ਕਿਉਂ ਇੰਨਾ ਘਰ ਦੇ ਵਿੱਚ ਹੱਲਾ ਗੁੱਲਾ ਕਰ ਰਹੇ ਹੋ? ਸੋ ਬੇਟਾ ਇਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨੇ ਸਮਝਾਇਆ ਸੀ। ਸੋ ਪੂਰੀ ਗੱਲ ਉਹਨਾਂ ਨੇ ਇੱਦਾਂ ਕਿਹਾ ਸੀ ਵੀ ਅਸੀਂ ਵੀ ਤਾਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਡਾਂਟ ਦਿੰਦੇ ਹਾਂ, ਫਿਰ ਕੀ ਹੋ ਗਿਆ ਜੇ ਉਹਨਾਂ ਦੇ ਅਧਿਆਪਕ ਨੇ ਮਾਰਿਆ, ਸਾਡੇ ਬੱਚੇ ਨੂੰ ਸੁਧਾਰਨ ਲਈ ਹੀ ਉਹ ਅਧਿਆਪਕਾਂ ਨੇ ਮਾਰਿਆ ਸੀ। ਸੋ ਅਗਲਾ ਸਵਾਲ ਹੈ ਬੇਟਾ ਕਿ ਅੰਤ ਵਿੱਚ ਅਰਵਿੰਦ ਨੇ ਕੀ ਕਿਹਾ? ਸੋ ਉੱਤਰ ਹੈ ਅੰਤ ਅਰਵਿੰਦ ਨੇ ਕਿਹਾ ਮੈਂ ਹੁਣ ਖੂਬ ਪੜ੍ਹਾਂਗਾ ਅਤੇ ਮੈਡਮ ਜੀ ਤੋਂ ਸ਼ਾਬਾਸ਼ ਲੈ ਕੇ ਆਵਾਂਗਾ। ਸੋ ਅੰਤ ਦੇ ਵਿੱਚ ਬੇਟਾ ਅਰਵਿੰਦ ਨੇ ਰਿਅਲਾਈਜ਼ ਕੀਤਾ ਕਿ ਮੈਨੂੰ ਪੜ੍ਹਨਾ ਚਾਹੀਦਾ, ਜੇ ਮੈਂ ਪੜ੍ਹੂੰਗਾ ਫਿਰ ਅਧਿਆਪਕ ਡਾਂਟਣਗੇ ਨਹੀਂ, ਅਤੇ ਜਿਹੜੇ ਅਧਿਆਪਕ ਨੇ ਮੈਨੂੰ ਮਾਰਿਆ ਹੈ ਜੇਕਰ ਮੈਂ ਕੱਲ੍ਹ ਨੂੰ ਅੱਛੇ ਸਵਾਲ ਕੱਢ ਕੇ ਦਿਖਾਵਾਂਗਾ ਤਾਂ ਉਹੀ ਅਧਿਆਪਕ ਮੈਨੂੰ ਸ਼ਾਬਾਸ਼ ਦੇਣਗੇ। ਸੋ ਬੇਟਾ ਅੰਤ ਦੇ ਵਿੱਚ ਜਿਹੜਾ ਅਰਵਿੰਦ ਆ ਉਹ ਆਪਣੀ ਗਲਤੀ ਨੂੰ ਮੰਨਦਾ ਕਿ ਮੈਨੂੰ ਘਰ ਆ ਕੇ ਨਾਟਕ ਨਹੀਂ ਸੀ ਕਰਨਾ ਚਾਹੀਦਾ, ਸੱਚਾਈ ਦੱਸਣੀ ਚਾਹੀਦੀ ਸੀ ਕਿ ਮੈਨੂੰ ਸਵਾਲ ਨਹੀਂ ਆਇਆ ਤਾਂ ਮਾਰਿਆ ਸੀ। ਸੋ ਬੇਟਾ ਦਾਦਾ ਜੀ ਦੇ ਕਹਿਣ 'ਤੇ ਆਖਰ ਦੇ ਵਿੱਚ ਜਿਹੜਾ ਅਰਵਿੰਦ ਆ ਉਹ ਸਮਝ ਜਾਂਦਾ ਹੈ। ਸੋ ਅੱਗੇ ਹੈਗੇ ਨੇ ਬੇਟਾ ਤੁਹਾਨੂੰ ਫਿਲਿਪਸ, ਇਸ ਚੈਪਟਰ ਨਾਲ ਸੰਬੰਧਿਤ ਕੁਝ ਖਾਲੀ ਸਥਾਨ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਨੇ, ਜਿਵੇਂ ਕਿ ਪਹਿਲਾ ਲਿਖਿਆ ਘਬਰਾ ਅਧਿਆਪਕ ਅਰਵਿੰਦ ਅਤੇ ਹਿਸਾਬ। ਉਹ ਬੇਟਾ ਉੱਪਰ ਆਪਸ਼ਨਾਂ ਨੇ ਨੀਚੇ ਫਿਲਿਪਸ ਦਿੱਤੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਨੇ ਸਹੀ ਭਰਨਾ ਹੈ।
ਜਿਵੇਂ ਕਿ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕੀਤਾ ਹੋਇਆ ਸੀ। ਹੁਣ ਬੇਟਾ ਕੌਣ ਰੋ ਰਿਹਾ ਸੀ? ਆਪਸ਼ਨ ਬਿਲਕੁਲ ਕਲੀਅਰ ਹੈ। ਪਹਿਲੇ ਦੇ ਵਿੱਚ ਆਏਗਾ ਅਰਵਿੰਦ। ਅਰਵਿੰਦ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕੀਤਾ ਹੋਇਆ ਸੀ। ਅਗਲਾ ਹੈ ਅਰਵਿੰਦ ਨੂੰ ਰੋਂਦਿਆਂ ਵੇਖ ਕੇ ਨੀਲਮ ਡੈਸ਼ ਗਈ। ਕੀ ਹੋ ਗਈ ਸੀ ਵੀ? ਘਬਰਾ ਗਈ। ਸੋ ਅਗਲੀ ਜੋ ਖਾਲੀ ਸਥਾਨ ਹੈ ਉਹਦੇ ਵਿੱਚ ਅਸੀਂ ਭਰਾਂਗੇ ਘਬਰਾ ਗਈ। ਅਗਲਾ ਹੈ ਈੜੀ। ਅਰਵਿੰਦ ਨੂੰ ਵਿਸ਼ੇ ਵਾਲੀ ਮੈਡਮ ਨੇ ਮਾਰਿਆ ਸੀ। ਡੈਸ਼ ਵਿਸ਼ੇ ਵਾਲੀ। ਕਿਹੜੇ ਵਿਸ਼ੇ ਵਾਲੀ ਮੈਡਮ ਨੇ ਮਾਰਿਆ ਸੀ? ਹਿਸਾਬ। ਹੁਣ ਬੇਟਾ ਉੱਪਰ ਆਪਸ਼ਨ ਦੇ ਵਿੱਚੋਂ ਅਸੀਂ ਚੁਣ ਲੈਣਾ ਹੈ ਹਿਸਾਬ। ਅਰਵਿੰਦ ਨੂੰ ਹਿਸਾਬ ਵਿਸ਼ੇ ਵਾਲੇ ਮੈਡਮ ਨੇ ਮਾਰਿਆ ਸੀ। ਸੱਸਾ। ਸਾਡੇ ਅਸਲੀ ਮਾਂ-ਬਾਪ ਡੈਸ਼ ਹੀ ਹਨ। ਸੋ ਸਾਡੇ ਅਸਲੀ ਮਾਂ-ਬਾਪ ਕੌਣ ਹਨ? ਸਾਡੇ ਅਧਿਆਪਕ। ਅੱਗੇ ਬੇਟਾ 5 ਨੰਬਰ ਹੈ ਕਿ ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ। ਇਹ ਕਈ ਵਾਰੀ ਬੇਟਾ ਪੇਪਰ ਦੇ ਵਿੱਚ ਆ ਜਾਂਦਾ, ਬਟ ਅਸੀਂ ਦੁਹਰਾਈ ਦੇ ਵਿੱਚ ਇਹਨੂੰ ਵੀ ਵੇਖਦੇ ਹਾਂ ਕਿ ਮੈਂ ਕੱਲ੍ਹ ਨੂੰ ਸਕੂਲ ਜਾ ਕੇ ਤੇਰੀ ਮੈਡਮ ਨੂੰ ਪੁੱਛਾਂਗੀ। ਹੁਣ ਜਦੋਂ ਅਸੀਂ ਚੈਪਟਰ ਸੁਣਦੇ ਹਾਂ ਇਹ ਗੱਲ ਕਿਸ ਨੇ ਕਹੀ ਹੋਏਗੀ? ਉੱਤਰ ਹੈ ਅਰਵਿੰਦ ਦੀ ਮਾਂ ਨੇ ਅਰਵਿੰਦ ਨੂੰ ਕਹੇ। ਉਹਦੀ ਅਰਵਿੰਦ ਦੀ ਮੰਮੀ ਨੇ ਕਿਹਾ ਸੀ ਕਿ ਮੈਂ ਕੱਲ੍ਹ ਨੂੰ ਜਾ ਕੇ ਤੇਰੇ ਮੈਥ ਵਾਲੇ ਟੀਚਰ ਨੂੰ ਪੁੱਛਾਂਗੀ। ਹਿਸਾਬ ਵਾਲੀ ਮੈਡਮ ਨੇ ਆਖੇ ਇਸ ਨੇ ਸਵਾਲ ਗਲਤ ਕਿਉਂ ਕੱਢਿਆ? ਨੀਲਮ ਨੇ ਆਪਣੇ ਪਤੀ ਨੂੰ ਜਾਂ ਅਰਵਿੰਦ ਦੀ ਮਾਂ ਨੇ ਉਸ ਦੇ ਪਿਤਾ ਨੂੰ? ਹੁਣ ਬੇਟਾ ਇਹ ਨਾ ਨੀਲਮ ਆ ਜਿਹੜੀ ਇਹ ਆਪਣੇ ਅਰਵਿੰਦ ਦੀ ਮੰਮੀ, ਉਹ ਦੱਸਦੀ ਹੋਈ ਹੈ ਨਾ ਜਦੋਂ ਆਪਣੇ ਉਹਦੇ ਹਸਬੈਂਡ ਨਾਲ ਗੱਲ ਕਰਦੀ ਆ, ਕਹਿੰਦੀ ਆਖੇ ਹਿਸਾਬ ਵਾਲੀ ਮੈਡਮ ਨੇ ਇਹਨੂੰ ਮਾਰਿਆ, ਤੂੰ ਸਵਾਲ ਗਲਤ ਕਿਉਂ ਕੱਢਿਆ? ਉਹ ਜਦੋਂ ਗੱਲ ਕਰ ਰਹੀ ਸੀ। ਸੋ ਇਹ ਸ਼ਬਦ ਨੇ ਜਿਹੜੇ ਅਰਵਿੰਦ ਦੀ ਮਾਂ ਨੇ ਉਸ ਦੇ ਪਿਤਾ ਨੂੰ ਕਹੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਨੀਲਮ ਨੇ ਆਪਣੇ ਪਤੀ ਨੂੰ ਕਹੇ। ਈੜੀ। ਮੈਂ ਅੱਗੋਂ ਕਦੀ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਤੁਹਾਨੂੰ ਕੋਈ ਦੁੱਖ ਪਹੁੰਚੇ। ਸੋ ਬੇਟਾ ਇਹ ਲਾਸਟ ਦੇ ਵਿੱਚ ਜਿਹੜਾ ਅਰਵਿੰਦ ਆਪਣੇ ਦਾਦਾ ਜੀ ਨੂੰ ਕਹਿੰਦਾ ਹੈ। ਅਰਵਿੰਦ ਨੇ ਆਪਣੇ ਮਾਤਾ ਪਿਤਾ ਅਤੇ ਦਾਦਾ ਜੀ ਨੂੰ ਕਹੇ ਕਿਹੋ ਜਿਹਾ ਕੰਮ ਨਹੀਂ ਕਰਾਂਗਾ ਵੀ ਝੂਠ ਬੋਲਾਂਗਾ, ਜਾਂ ਮੈਂ ਪੜ੍ਹਦਾ ਨਹੀਂ ਵੀ ਮੈਨੂੰ ਕੁੱਟਿਆ ਟੀਚਰ ਨੇ, ਮੈਂ ਪੜ੍ਹ ਕੇ ਜਾਵਾਂਗਾ। ਫਿਰ ਟੀਚਰ ਕੁੱਟਦੇ ਨਹੀਂ, ਫਿਰ ਸ਼ਾਬਾਸ਼ ਦਿੰਦੇ ਨੇ। ਸੋ ਬੇਟਾ ਅੱਗੇ ਦਿੱਤਾ ਹੋਇਆ ਕਿ ਕਹਾਣੀ ਵਿੱਚ ਵਾਪਰੀਆਂ ਹੇਠ ਲਿਖੀਆਂ ਘਟਨਾਵਾਂ ਨੂੰ ਸਹੀ ਕ੍ਰਮ ਵਿੱਚ ਲਿਖੋ। ਸੋ ਬੇਟਾ ਜਿਵੇਂ ਸਭ ਤੋਂ ਪਹਿਲਾਂ ਕਿ ਅਰਵਿੰਦ ਰੋ ਰਿਹਾ ਸੀ, ਉਹਨੂੰ ਕਿਸੇ ਨੇ ਕੁੱਟਿਆ ਸੀ, ਫਿਰ ਰੋਂਦਾ ਹੋਇਆ ਘਰ ਆਇਆ, ਫਿਰ ਉਹਦੀ ਮੰਮਾ ਜੀ ਗੁੱਸੇ ਹੋਏ, ਫਿਰ ਉਹਦੇ ਮੰਮਾ ਨੇ ਅੱਗੇ ਉਹਦੇ ਪਿਤਾ ਨੂੰ ਦੱਸਿਆ, ਫਿਰ ਉਹਨਾਂ ਦੇ ਘਰ ਦੇ ਵਿੱਚ ਰੌਲਾ ਪਿਆ, ਫਿਰ ਪਿਤਾ ਜੀ ਨੇ ਉਹਨੂੰ ਸਮਝਾਇਆ। ਸੋ ਬੇਟਾ ਜਿਵੇਂ ਜਿਵੇਂ ਅਸੀਂ ਕਹਾਣੀ ਪੜ੍ਹਦੇ ਕਿ ਪਹਿਲਾਂ ਕੀ ਕੀ ਵਾਪਰਿਆ ਉਹਨੂੰ ਅਸੀਂ ਸੀਰੀਅਲ ਵਾਈਜ਼ ਲਾਉਣਾ। ਜਿਵੇਂ ਬੇਟਾ ਪਹਿਲਾਂ ਹੈਗਾ ਈੜੀ, ਮੈਡਮ ਦਾ ਅਰਵਿੰਦ ਨੂੰ ਮਾਰਨਾ। ਸਭ ਤੋਂ ਪਹਿਲਾਂ ਅਰਵਿੰਦ ਨੂੰ ਮੈਡਮ ਨੇ ਮਾਰਿਆ। ਫਿਰ ਹਾਹਾ 2 ਨੰਬਰ 'ਤੇ ਅਰਵਿੰਦ ਦਾ ਰੋਂਦੇ ਰੋਂਦੇ ਘਰ ਆਉਣਾ। ਉਹਦੇ ਮਾਰਨ ਤੋਂ ਬਾਅਦ ਰੋਇਆ ਅਤੇ ਘਰ ਆਇਆ। ਅਤੇ ਅੱਗੇ ਹੈਗਾ ਬੇਟਾ 3 ਨੰਬਰ, ਉਹ ਹੈਗਾ ਊੜਾ, ਅਰਵਿੰਦ ਦੇ ਮਾਤਾ ਪਿਤਾ ਗੁੱਸੇ ਵਿੱਚ ਆਉਣਾ। ਫਿਰ ਉਹਦੇ ਅਰਵਿੰਦ ਦੇ ਮਾਤਾ ਪਿਤਾ ਗੁੱਸੇ ਵਿੱਚ ਆਏ ਜਦੋਂ ਘਰ ਆਏ। ਫਿਰ ਅੱਗੇ ਹੈਗਾ 4 ਨੰਬਰ, ਦਾਦਾ ਜੀ ਦੁਆਰਾ ਅਰਵਿੰਦ ਅਤੇ ਉਸਦੇ ਮਾਤਾ ਪਿਤਾ ਨੂੰ ਸਮਝਾਉਣਾ। ਫਿਰ ਉਹਨਾਂ ਨੇ ਸਮਝਾਉਣਾ ਕੀਤਾ। ਫਿਰ ਆਖਰ ਦੇ ਵਿੱਚ ਕੀ ਹੁੰਦਾ? ਸੱਸਾ ਹੈ ਜਿਹਨੂੰ 5 ਨੰਬਰ ਦਿੱਤਾ ਗਿਆ ਸੀਰੀਅਲ ਵਾਈਜ਼ ਕਿ ਅਰਵਿੰਦ ਦੁਆਰਾ ਗਲਤੀ ਸਵੀਕਾਰ ਕਰਨਾ। ਫਿਰ ਬੇਟਾ ਆਖਰ ਦੇ ਵਿੱਚ ਜਿਹੜਾ ਅਰਵਿੰਦ ਬੱਚਾ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹੈ। ਸੋ ਅੱਗੇ ਹੈਗਾ ਬੇਟਾ ਜਿਹੜਾ ਇਹ ਚੈਪਟਰ ਆਪਣਾ ਉਰੇ ਸਮਾਪਤ ਹੁੰਦਾ। ਅਗਲਾ ਜਿਹੜਾ ਤੁਹਾਡਾ ਚੈਪਟਰ ਹੈ ਇਹਦੇ ਵਿੱਚ ਉਹ ਹੈਗਾ 6 ਨੰਬਰ ਚੈਪਟਰ ਮਹਾਨ ਚਿੱਤਰਕਾਰ। ਸੋ ਬੇਟਾ ਜਿਹੜੇ ਮਹਾਨ ਚਿੱਤਰਕਾਰ ਨੇ ਸੋਭਾ ਸਿੰਘ ਜੀ ਨੇ, ਇਹਨਾਂ ਦਾ ਜਨਮ 29 ਨਵੰਬਰ 1901 ਨੂੰ ਹਰਗੋਬਿੰਦਪੁਰਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੁੰਦਾ ਹੈ। ਇਹਨਾਂ ਦੇ ਪਿਤਾ ਜੀ ਦਾ ਨਾਮ ਬੇਟਾ ਹੈ ਸਰਦਾਰ ਦੇਵਾ ਸਿੰਘ ਅਤੇ ਮਾਤਾ ਦਾ ਨਾਮ ਹੈ ਇੱਛਰਾ ਦੇਵੀ। ਸੋ ਬੇਟਾ ਇਹ ਉਦੋਂ 5 ਸਾਲ ਦੇ ਸੀ ਜਦੋਂ ਇਹਨਾਂ ਦੀ ਮਾਤਾ ਜੀ ਸਵਰਗਵਾਸ ਹੋ ਗਏ। ਅਤੇ ਫਿਰ ਇਹਨਾਂ ਦੀ ਭੈਣ ਸੀ ਜਿਹੜੀ ਵੱਡੀ ਲక్ష్ਮੀ ਦੇਵੀ, ਉਹਨਾਂ ਨੇ ਬੇਟਾ ਇਹਨਾਂ ਨੂੰ ਤੰਗੀਆਂ ਤੋਸ਼ੀਆਂ ਦੇ ਵਿੱਚ ਪੜ੍ਹਾਇਆ ਅਤੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਸੋ ਬੇਟਾ ਉਹਨਾਂ ਨੂੰ ਨਾ ਜਿਹੜੀ ਚਿੱਤਰਕਾਰੀ ਦੀ ਚੇਟਕ ਸੀ ਨਿੱਕੀ ਉਮਰ ਦੇ ਵਿੱਚ ਲੱਗ ਗਈ ਸੀ। ਉਹਨਾਂ ਨੇ ITI ਕੀਤੀ, ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਅਤੇ ਫਿਰ ਬੇਟਾ ਸੈਨਾ ਦੇ ਵਿੱਚ ਭਰਤੀ ਹੋ ਗਏ। ਸੈਨਾ ਦੇ ਵਿੱਚ ਭਰਤੀ ਹੋ ਕੇ ਉਹਨਾਂ ਨੇ ਐਜ ਏ ਡਰਾਫਟਮੈਨ ਹੁੰਦੇ ਨੇ ਬੇਟੇ, ਨਕਸ਼ੇ ਬਣਾਉਂਦੇ ਨੇ, ਉੱਥੇ ਜੋਬ ਕੀਤੀ। ਫਿਰ ਬੇਟਾ 1919 ਵਿੱਚ ਬਗਦਾਦ ਚਲੇ ਗਏ। 1923 ਈਸਵੀ ਵਿੱਚ ਇਹਨਾਂ ਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦਿੱਤਾ। ਅਸਤੀਫਾ ਹੁੰਦਾ ਬੇਟਾ ਰਿਜ਼ਾਈਨ ਕਰ ਜਾਣਾ, ਨੌਕਰੀ ਨੂੰ ਛੱਡ ਦੇਣਾ। ਅਤੇ ਫਿਰ ਬੇਟਾ ਉਸ ਤੋਂ ਬਾਅਦ ਇਹਨਾਂ ਨੇ ਬੀਬੀ ਇੰਦਰ ਕੌਰ ਨਾਲ ਵਿਆਹ ਕਰਵਾਇਆ ਅਤੇ ਅੰਮ੍ਰਿਤਸਰ ਦੇ ਵਿੱਚ ਬੇਟਾ ਉੱਥੇ ਇੱਕ ਸੁਭਾਸ਼ ਸਟੂਡੀਓ ਸੀ ਜਿੱਥੇ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਸੋ ਬੇਟਾ ਇਹ ਜਿੱਥੇ ਚਿੱਤਰਕਾਰ ਸੀਗੇ ਉੱਥੇ ਬੇਟਾ ਬੜੇ ਵਧੀਆ ਇਹ
ਬੁੱਤ ਤਰਾਸ ਵੀ ਸਨ। ਬੁੱਤ ਤਰਾਸ ਤੋਂ ਭਾਵ ਹੁੰਦਾ ਬੇਟਾ ਜਿਹੜੇ ਪੱਥਰਾਂ ਨੂੰ ਘੜ ਕੇ ਮੂਰਤੀਆਂ ਬਣਾਉਣ, ਉਹਨਾਂ ਨੂੰ ਬੋਲਦੇ ਨੇ ਬੁੱਤ ਤਰਾਸ਼। ਸੋ ਬੇਟਾ ਜਿਹੜਾ ਵੀ ਕੋਈ ਪੇਂਟਿੰਗ ਕਲਾਕਾਰੀ ਕਰਦਾ ਨਾ, ਉਹਦੇ ਅੰਦਰ ਇੱਕ ਕੁਦਰਤ ਨੇ ਗੁਣ ਭਰੇ ਹੁੰਦੇ ਨੇ, ਕਿਸੇ ਚੀਜ਼ ਨੂੰ ਉਘੇੜ ਦੇਣਾ, ਬਾਹਰ ਕੱਢ ਕੇ ਲੈ ਕੇ ਆਉਣਾ। ਸੋ ਬੇਟਾ ਉਹਨਾਂ ਦੀਆਂ ਤਸਵੀਰਾਂ ਵੀ ਬੋਲਦੀਆਂ ਨੇ, ਅਤੇ ਉਹਨਾਂ ਦੇ ਬੁੱਤ ਵੀ ਬੁੱਤ ਘੜ ਸੀਗੇ। ਉਹ ਫੋਟੋਆਂ ਵੀ ਬਣਾਇਆ ਕਰਦੇ ਸੀ ਅਤੇ ਨਾਲ ਨਾਲ ਮੂਰਤੀਆਂ ਵੀ ਬਣਾਇਆ ਕਰਦੇ ਸੀ। ਸੋ ਬੇਟਾ ਉਹਨਾਂ ਨੂੰ ਜਿਹੜੀ ਕੁਦਰਤ ਨਾਲ ਬੜਾ ਪਿਆਰ ਸੀ, ਇਸ ਕਰਕੇ ਬੇਟਾ ਉਹਨਾਂ ਨੇ ਵੱਡੇ ਸ਼ਹਿਰਾਂ ਨੂੰ ਛੱਡ ਕੇ 1949 ਈਸਵੀ ਵਿੱਚ ਅੰਦਰੇਟਾ ਬੇਟਾ ਇੱਕ ਐਸੀ ਲੋਕੇਸ਼ਨ ਸੀ ਜਿੱਥੇ ਪਹਾੜੀਆਂ ਦੇ ਵਿੱਚੋਂ ਸੂਰਜ ਜਦੋਂ ਚੜ੍ਹਦਾ ਛਿਪਦਾ, ਉੱਥੇ ਪੰਛੀਆਂ ਦੀਆਂ ਆਵਾਜ਼ਾਂ, ਠੰਡੀਆਂ ਹਵਾਵਾਂ, ਹਰੀ ਹਰੀ ਘਾਹ ਉਹਨਾਂ ਦੇ ਮਨ ਨੂੰ ਮੋਹ ਲੈਂਦੀ ਸੀ। ਇਹਨਾਂ ਨੇ ਫਿਰ ਆਪਣਾ ਜਿਹੜਾ ਪੱਕਾ ਟਿਕਾਣਾ ਸੀ ਬੇਟਾ ਅੰਦਰੇਟਾ ਵਿਖੇ ਬਣਾ ਲਿਆ ਸੀ। ਸੋ ਜੇ ਅਸੀਂ ਇਹਨਾਂ ਦੀ ਗੱਲ ਕਰੀਏ, ਜਦੋਂ ਵੀ ਬੇਟਾ ਇਹ ਡਰਾਇੰਗ ਬਣਾਉਂਦੇ ਸੀ ਨਾ, ਪਹਿਲਾਂ ਉਹਦੇ ਆਪਾਂ ਕਹਿੰਦੇ ਵੀ ਰੇਖਾ ਚਿੱਤਰ ਬਣਾ ਲੈਂਦੇ ਸੀ। ਜਿਵੇਂ ਆਪਾਂ ਕਹਿੰਦੇ ਵੀ ਹਲਕੀ ਹਲਕੀ ਉਹਦੀ ਪੈਨਸਲ ਸ਼ੇਡਿੰਗ ਦੇ ਕੇ ਰੇਖਾ ਚਿੱਤਰ ਬਣਾ ਕੇ ਫਿਰ ਉਹਦੇ ਵਿੱਚ ਹੌਲੀ ਹੌਲੀ ਅਮੈਂਡਮੈਂਟ ਕਰਦੇ, ਉਹ ਫਿਰ ਸੋਹਣੇ ਪਿਕਚਰਾਂ ਜਿਹੜੀਆਂ ਬਣਾਉਂਦੇ ਸੀ। ਅਤੇ ਫਿਰ ਜਿਹੜਾ ਬੇਟਾ ਅੱਜ ਕੱਲ੍ਹ ਦੇ ਲੋਕ ਨੇ ਜਿਹੜੇ ਮਤਲਬ ਚਿੱਤਰਕਾਰ ਨੇ, ਇਹ ਸੋਭਾ ਸਿੰਘ ਜੀ ਦੇ ਬੇਟਾ ਜਿਹੜੇ ਚਿੱਤਰ ਨੇ ਉਹਨਾਂ ਨੂੰ ਵੇਖ ਕੇ ਮੋਟੀਵੇਟ ਹੁੰਦੇ ਨੇ, ਉਹਨਾਂ ਤੋਂ ਬਹੁਤ ਸਾਰਾ ਜਿਹੜਾ ਗਿਆਨ ਪ੍ਰਾਪਤ ਕਰਦੇ ਨੇ। ਸੋ ਬੇਟਾ ਜਿਵੇਂ ਅਸੀਂ ਇਹਨਾਂ ਦੀ ਗੱਲ ਕਰੀਏ, ਇਹਨਾਂ ਨੇ ਨਾ ਬਹੁਤ ਸਾਰੇ ਜਿਹੜੀਆਂ ਅਖਬਾਰਾਂ ਦੇ ਵਿੱਚ ਮਤਲਬ ਉਹ ਕਾਰਟੂਨ ਛਪਦੇ ਨੇ, ਜਾਂ ਕੋਈ ਰਸਾਲੇ ਸੀ ਉਹਦੇ ਵਿੱਚ ਪ੍ਰਕਾਸ਼ਿਤ ਹੁੰਦੇ ਨੇ, ਉਹਨਾਂ ਦਾ ਦੱਸਿਆ ਜਾਂਦਾ ਜਿਹੜਾ ਟਾਈਟਲ ਹੁੰਦਾ। ਬਹੁਤ ਸਾਰੀਆਂ ਕਿਤਾਬਾਂ ਅਤੇ ਰਸਾਲਿਆਂ ਦੇ ਟਾਈਟਲਾਂ ਦੇ ਉੱਪਰ ਬੇਟਾ ਇਹਨਾਂ ਨੇ ਪਿਕਚਰਾਂ ਬਣਾਈਆਂ ਜਿਹੜੀਆਂ ਮਤਲਬ ਬੜੀਆਂ ਫੇਮਸ ਹੋਈਆਂ। ਸੋ ਬੜੇ ਵਧੀਆ ਚਿੱਤਰਕਾਰ ਸਨ ਇਹ, ਜਿਨ੍ਹਾਂ ਦਾ ਅਸੀਂ ਬੇਟਾ ਗੱਲ ਕਰ ਰਹੇ ਹਾਂ, ਮਹਾਨ ਚਿੱਤਰਕਾਰ ਸੋਭਾ ਸਿੰਘ ਜੀ। ਸੋ ਬੇਟਾ ਚਿੱਤਰਕਲਾ ਦਾ ਇਹ ਰੋਸ਼ਨ ਸਿਤਾਰਾ 21 ਅਗਸਤ 1986 ਈਸਵੀ ਨੂੰ ਬੇਟਾ ਇਸ ਦੁਨੀਆ ਦੇ ਵਿੱਚੋਂ ਅਲਵਿਦਾ ਕਹਿ ਗਏ। ਅਤੇ ਉਹਨਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਤਸਵੀਰਾਂ ਨੇ ਅਤੇ ਚਿੱਤਰ ਨੇ, ਉਹ ਸਾਡੇ ਨਵੇਂ ਚਿੱਤਰਕਾਰਾਂ ਨੂੰ ਹਮੇਸ਼ਾ ਉਹਨਾਂ ਦੇ ਰਾਸਤਿਆਂ ਨੂੰ, ਰਾਹਾਂ ਨੂੰ ਰਚਨਾਉਂਦੇ ਰਹਿੰਦੇ ਹਨ। ਸੋ ਆਓ ਬੇਟਾ ਇਸ ਚੈਪਟਰ ਦੇ ਨਾਲ ਜਿਹੜੇ MCQ ਨੇ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਕਿ ਚਿੱਤਰਕਾਰ ਕਿਸ ਨੂੰ ਆਖਦੇ ਹਨ? ਜੋ ਚਿੱਤਰ ਬਣਾਉਂਦਾ ਹੋਵੇ। ਸੋ ਚਿੱਤਰਕਾਰ ਕੌਣ ਹੋਇਆ? ਜੋ ਚਿੱਤਰ ਬਣਾਉਂਦਾ ਹੋਵੇ। ਭਾਰਤ ਦੇ ਪ੍ਰਸਿੱਧ ਚਿੱਤਰਕਾਰ ਕਿਹੜੇ ਹਨ? ਸੋ ਬੇਟਾ ਭਾਰਤ ਨੂੰ ਛੱਡ ਅਸੀਂ ਪੰਜਾਬ ਦੇ ਚਿੱਤਰਕਾਰਾਂ ਦੀ ਇੱਥੇ ਗੱਲ ਕਰਨੀ ਪਹਿਲ ਦੇ ਆਧਾਰ 'ਤੇ ਕਰਾਂਗੇ। ਸੋ ਸੋਭਾ ਸਿੰਘ ਜੀ, ਅੰਮ੍ਰਿਤਾ ਸ਼ੇਰਗਿੱਲ, ਇਹ ਪੰਜਾਬ ਨੂੰ ਰਿਪਰਜੈਂਟ ਕਰਦੇ ਨੇ। ਦੋ ਨਾਮ। ਬੁੱਤ ਤਰਾਸ਼ ਤੋਂ ਕੀ ਭਾਵ ਹੈ? ਜੋ ਪੱਥਰਾਂ ਨੂੰ ਤਰਾਸ਼ ਕੇ ਬੁੱਤ ਬਣਾਏ। ਸੋ ਬੇਟਾ ਜਿਹੜੇ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਹਨ ਉਹਨੂੰ ਅਸੀਂ ਕੀ ਕਹਿੰਦੇ ਹਾਂ? ਬੁੱਤ ਤਰਾਸ। ਕੀ ਤੁਸੀਂ ਚਿੱਤਰਕਾਰ ਸੋਭਾ ਸਿੰਘ ਦੇ ਬਣਾਏ ਕੋਈ ਚਿੱਤਰ ਵੇਖੇ ਹਨ? ਉੱਤਰ ਹੋਏਗਾ ਹਾਂ, ਸਾਡੇ ਘਰ ਸੋਭਾ ਸਿੰਘ ਜੀ ਦਾ ਚਿੱਤਰ ਲੱਗਿਆ ਹੋਇਆ ਹੈ। ਸੋ ਬੇਟਾ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਜੀ, ਸੋਹਣੀ ਮਹੀਵਾਲ, ਇਹਨਾਂ ਦੇ ਬਹੁਤ ਸਾਰੇ ਜਿਹੜੇ ਪੁਰਾਣੇ ਚਿੱਤਰ ਨੇ, ਬਹੁਤ ਵਧੀਆ ਜਿਹੜੀਆਂ ਸਾਡੀ ਐਗਜੀਬਿਸ਼ਨਸ ਨੇ ਉਹਨਾਂ ਦੇ ਵਿੱਚ ਲਗਾਏ ਜਾਂਦੇ ਨੇ। ਅਤੇ ਬਹੁਤ ਸਾਰੇ ਜਿਹੜੇ ਕਲਾ ਪ੍ਰੇਮੀ ਨੇ ਜੋ ਸੋਭਾ ਸਿੰਘ ਜੀ ਨੂੰ ਪਿਆਰ ਕਰਦੇ ਨੇ, ਉਹਨਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਸ ਨੂੰ ਆਪਣੇ ਘਰਾਂ ਦੇ ਵਿੱਚ ਸਤਿਕਾਰ ਵਜੋਂ ਲਾਉਂਦੇ ਹਨ। ਸੋ ਅੱਗੇ ਹੈਗੇ ਨੇ ਬੇਟਾ ਬਹੁ ਵਿਕਲਪੀ ਪ੍ਰਸ਼ਨ ਇਸ ਚੈਪਟਰ ਨਾਲ ਸੰਬੰਧਿਤ। ਪਹਿਲਾ ਸਵਾਲ ਹੈ ਕਿ ਸੋਭਾ ਸਿੰਘ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦੀ ਮਾਂ ਸਵਰਗਵਾਸ ਹੋ ਗਏ ਸਨ, ਜਾਂ ਮਾਤਾ ਜੀ ਦਾ ਸਵਰਗਵਾਸ ਹੋ ਗਿਆ ਸੀ? ਸੋ ਬੇਟਾ ਉੱਤਰ ਹੋਏਗਾ 4 ਸਾਲ, 5 ਸਾਲ ਜਾਂ 6 ਸਾਲ। ਸੋ ਕਰੈਕਟ ਆਨਸਰ ਹੈ 5 ਸਾਲ। ਸੋ ਬੇਟਾ ਜਦੋਂ ਉਹ 5 ਸਾਲ ਦੇ ਸੀਗੇ ਉਸ ਟਾਈਮ ਉਹਨਾਂ ਦੇ ਮਾਤਾ ਜੀ ਇਸ ਸੰਸਾਰ 'ਚੋਂ ਚਲੇ ਗਏ ਸਨ। ਸੋ ਅਗਲਾ ਹੈ ਐਡਾ। ਸੋਭਾ ਸਿੰਘ ਜੀ ਨੂੰ ਚਿੱਤਰਕਾਰੀ ਦੀ ਚੇਟਕ ਕਦੋਂ ਲੱਗੀ? ਚੇਟਕ ਹੁੰਦੀ ਹੈ ਬੇਟਾ ਇੰਟਰਸਟ। ਉਹ ਉਹਨਾਂ ਦੇ ਅੰਦਰ ਕਦੋਂ ਤੋਂ ਜਿਹੜੀ ਚਿੱਤਰਕਾਰੀ ਸੀ ਉਹਦਾ ਜਿਹੜਾ ਬੀਜ ਸੀਗਾ ਬੋਇਆ ਗਿਆ, ਜਾਂ ਕਦੋਂ ਤੋਂ ਉਹ ਪੇਂਟਿੰਗ ਕਰਨ ਲੱਗ ਪਏ ਸਨ? ਉੱਤਰ ਹੈ ਨਿੱਕੀ ਉਮਰ ਤੋਂ। ਜਵਾਨੀ ਵੀ ਲਿਖਿਆ ਹੋਇਆ, ਬੁਢੇਪਾ ਵੀ ਲਿਖਿਆ ਹੋਇਆ। ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਹੋਣਗੇ, ਜਦੋਂ ਵੱਡੇ ਹੋਏ ਨੇ ਉਹਦੀ ਡਰਾਇੰਗ ਬਣਾਉਣ ਲੱਗੇ ਹੋਣਗੇ। ਸੋ ਜਿਵੇਂ ਬੇਟਾ ਤੁਹਾਡੇ ਅੰਦਰ ਵੀ ਬਹੁਤ ਸਾਰੇ ਬੱਚਿਆਂ ਨੂੰ ਆਦਤ ਹੁੰਦੀ ਹੈ ਛੋਟੀ ਛੋਟੀਆਂ ਡਰਾਇੰਗਸ ਬਣਾਉਂਦੇ ਆ। ਸੋ ਬੇਟਾ ਅੱਗੇ ਜਾ ਕੇ ਕੋਈ ਵਾਰ ਪਤਾ ਨਹੀਂ ਹੁੰਦਾ ਕਿ ਜਿਹੜੀ ਸਾਡੀ ਉਹ ਕਲਾ ਹੈ ਉਹ ਨਿਖਰ ਕੇ ਵੱਡੇ ਰੂਪ 'ਚ ਸਾਹਮਣੇ ਆ ਜਾਵੇ। ਸੋ ਬੇਟਾ ਜਿਹੜੇ ਸੋਭਾ ਸਿੰਘ ਸੀ ਉਹ ਨਿੱਕੀ ਉਮਰ ਵਿੱਚ ਹੀ ਜਿਹੜੇ ਇਹ ਆਪਣੀਆਂ ਜਿਹੜੀਆਂ ਚਿੱਤਰਕਾਰੀ ਦੀਆਂ ਛੋਟੀਆਂ ਛੋਟੀਆਂ ਕਲਾਵਾਂ ਜਾਂ ਜੋ ਉਹ ਪੇਂਟਿੰਗਸ ਬਣਾਉਂਦੇ ਸੀ, ਉਹ ਨਿੱਕੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਚੇਟਕ ਲੱਗ ਗਈ ਸੀ। ਅਗਲਾ ਹੈ ਈੜੀ। ਅੱਜ ਦੇ ਅਨੇਕਾਂ ਚਿੱਤਰਕਾਰ ਸੋਭਾ ਸਿੰਘ ਜੀ ਦੇ ਚਿੱਤਰਾਂ ਤੋਂ ਕੀ ਲੈਂਦੇ ਹਨ? ਸੇਧ ਹੁੰਦੀ ਹੈ ਬੇਟਾ ਡਾਇਰੈਕਸ਼ਨ, ਮੋਟੀਵੇਸ਼ਨ। ਉਹਨਾਂ ਦੇ ਵਿੱਚੋਂ ਸਿੱਖਦੇ ਨੇ, ਉਹਨਾਂ ਨੂੰ ਕਾਪੀ ਪੇਸਟ ਕਰਦੇ ਨੇ, ਉਹਨਾਂ ਦੀਆਂ ਬਰੀਕੀਆਂ ਨੂੰ ਜਾਣਦੇ ਨੇ। ਸੋ ਬੇਟਾ ਸੇਧ ਹੁੰਦੀ ਹੈ ਚੰਗਾ ਰਸਤਾ ਅਪਣਾਉਣਾ, ਕੋਈ ਮਤਲਬ ਨੌਲੇਜ ਲੈਣੀ, ਜਾਣਕਾਰੀ ਲੈ ਕੇ ਉਹਨਾਂ ਵਰਗੀ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਨੀ। ਸੋ ਬੇਟਾ ਬਹੁਤ ਸਾਰੇ ਜਿਹੜੇ ਨਵੇਂ ਚਿੱਤਰਕਾਰ ਨੇ ਉਹ ਇਹਨਾਂ ਦੀਆਂ
ਪੇਂਟਿੰਗਸ ਤੋਂ ਸੇਧ ਲੈਂਦੇ ਹਨ। ਸੋ ਅੱਗੇ ਹੈਗੇ ਨੇ ਬੇਟਾ ਸਵਾਲ ਕਿ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ। ਪਹਿਲਾ ਸਵਾਲ ਹੈ ਕਿ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉੱਤਰ ਹੈ ਆਪ ਦਾ ਜਨਮ 29 ਨਵੰਬਰ 1901 ਨੂੰ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਸੋ ਬੇਟਾ ਇਹਨਾਂ ਦੀ ਡੇਟ ਆਫ ਬਰਥ ਤੁਸੀਂ ਯਾਦ ਰੱਖਣੀ ਆ 29 ਨਵੰਬਰ 1901 1901 ਨੂੰ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਇਹ ਪਿੰਡ ਦਾ ਨਾਮ ਬੇਟਾ ਹਰਗੋਬਿੰਦਪੁਰ ਹੈ ਅਤੇ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਬੋਲਦੇ ਆ ਉਹ ਕਿਹੜਾ ਹੈ? ਗੁਰਦਾਸਪੁਰ। ਸੋ ਅੱਗੇ ਹੈਗਾ ਬੇਟਾ ਐੜਾ। ਸੋਭਾ ਸਿੰਘ ਜੀ ਨੇ ਕਿੱਥੇ ਕਿੱਥੇ ਕੰਮ ਕੀਤਾ? ਕਿੱਥੇ ਕਿੱਥੇ ਦਾ ਭਾਵ ਬੇਟਾ ਇੱਕ ਤਾਂ ਉਹ ਇੰਡੀਅਨ ਆਰਮੀ ਭਾਰਤੀ ਸੈਨਾ ਦੇ ਵਿੱਚ ਨਕਸ਼ਾ ਨਵੀਸ ਡਰਾਫਟਸਮੈਨ ਰਹੇ ਸਨ ਅਤੇ ਅੱਗੇ ਉਹਨਾਂ ਨੇ ਸੁਭਾਸ਼ ਸਟੂਡੀਓ 'ਤੇ ਕੰਮ ਕੀਤਾ। ਉੱਤਰ ਹੈ ਆਪ ਨੇ ਸੁਭਾਸ਼ ਸਟੂਡੀਓ ਅੰਮ੍ਰਿਤਸਰ ਅਤੇ ਭਾਰਤੀ ਸੈਨਾ ਵਿੱਚ ਕੰਮ ਕੀਤਾ। ਕੰਮ ਤੋਂ ਭਾਵ ਬੇਟਾ ਆਪਣਾ ਜੋ ਰੋਜੀ ਸੀ, ਰੁਜ਼ਗਾਰ ਸੀ, ਉਸ ਚੀਜ਼ ਨੂੰ ਕੰਮ ਤੋਂ ਸਮਝਿਆ ਜਾਂਦਾ ਹੈ। ਈੜੀ। ਸੋਭਾ ਸਿੰਘ ਜੀ ਨੇ ਆਪਣਾ ਟਿਕਾਣਾ ਅੰਦਰੇਟੇ ਵਿਖੇ ਕਿਉਂ ਬਣਾਇਆ? ਕਿਉਂ ਬੇਟਾ ਉਹ ਕੁਦਰਤ ਪ੍ਰੇਮੀ ਸਨ, ਉਹਨਾਂ ਨੂੰ ਕੁਦਰਤੀ ਨਜ਼ਾਰੇ ਚੰਗੇ ਲੱਗਦੇ ਸਨ। ਉਹ ਸ਼ਹਿਰ ਦੀ ਟੀ ਟੀ ਪੈ ਪੈ ਵਾਲੀ ਜ਼ਿੰਦਗੀ ਤੋਂ ਦੂਰ ਇੱਕ ਸ਼ਾਂਤ ਮਾਹੌਲ ਦੇ ਵਿੱਚ ਰਹਿਣਾ ਚਾਹੁੰਦੇ ਸੀ, ਕਿਉਂਕਿ ਜਿਹੜੇ ਕੁਦਰਤੀ ਨਜ਼ਾਰੇ ਸੀ ਉਹਨਾਂ ਦੇ ਮਨ ਨੂੰ ਸਕੂਨ ਬਖਸ਼ਦੇ ਅਤੇ ਜਦੋਂ ਵੀ ਉਹ ਚਿੱਤਰਕਾਰੀ ਕਰਦੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਰੰਗ ਸੀ ਉਹ ਕੁਦਰਤ ਦੇ ਇਹਨਾਂ ਨਜ਼ਾਰਿਆਂ ਵਿੱਚੋਂ ਮਿਲਦੇ ਸਨ। ਸੋ ਆਪਾਂ ਪੜ੍ਹਦੇ ਹਾਂ ਬੇਟਾ ਉੱਤਰ ਕਿਉਂਕਿ ਅੰਦਰੇਟਾ ਦੇ ਕੁਦਰਤੀ ਨਜ਼ਾਰਿਆਂ ਕਰਕੇ ਹੀ ਆਪ ਨੇ ਆਪਣਾ ਟਿਕਾਣਾ ਇੱਥੇ ਹੀ ਬਣਾ ਲਿਆ ਸੀ। ਸੋ ਬੇਟਾ ਅੰਦਰੇਟਾ ਵਿਖੇ ਇਹਨਾਂ ਨੇ ਕੁਦਰਤੀ ਨਜ਼ਾਰਿਆਂ ਕਰਕੇ ਆਪਣਾ ਜਿਹੜਾ ਟਿਕਾਣਾ ਸੀ ਉਹ ਇੱਥੇ ਬਣਾ ਲਿਆ ਸੀ। ਸੋ ਅੱਗੇ ਬੇਟਾ ਦਿੱਤੇ ਹੋਏ ਨੇ ਕਿ ਫਿਲਿਪਸ ਨੇ ਖਾਲੀ ਸਥਾਨ ਭਰਨੇ ਨੇ, ਜਿਵੇਂ ਰੇਖਾ ਚਿੱਤਰ, ਰਸਾਲਿਆਂ, ਦੁਨੀਆ, ਬੁੱਤ ਤਰਾਸ਼, ਵੱਡੀ ਭੈਣ। ਸੋ ਬੇਟਾ ਇਹ ਹੈਗੇ ਨੇ ਐਂਸਰ, ਇਹ ਅੱਗੇ ਪਿੱਛੇ ਕਰਕੇ ਲਿਖੇ ਗਏ ਨੇ। ਨੀਚੇ ਅਸੀਂ ਪੂਰੀ ਸਟੇਟਮੈਂਟ ਪੜ੍ਹਨੀ ਆ, ਉੱਪਰਲੇ ਵਾਕ ਨੂੰ ਸਮਝਣਾ ਕਿ ਇਹਦੇ ਵਿੱਚ ਉੱਪਰਲਿਆਂ ਦੇ ਵਿੱਚੋਂ ਕਿਹੜੀ ਚੀਜ਼ ਆ ਸਕਦੀ ਹੈ। ਸੋ ਆਓ ਪਹਿਲਾਂ ਧਿਆਨ ਦੇ ਨਾਲ ਆਪਾਂ ਫਿਲਿਪਸ ਨੂੰ ਥਾਂ ਛੱਡ ਕੇ ਪੂਰਾ ਸਟੇਟਮੈਂਟ ਨੂੰ ਪੜ੍ਹ ਕੇ ਦੇਖਦੇ ਹਾਂ। ਸਰਦਾਰ ਸੋਭਾ ਸਿੰਘ ਨੇ ਸਾਰੀ ਡੈਸ਼ ਵਿੱਚ ਆਪਣੀ ਚਿੱਤਰਕਾਰੀ ਦਾ ਸਿੱਕਾ ਜਮਾਇਆ। ਹੁਣ ਬੇਟਾ ਅਸੀਂ ਉੱਪਰ ਦੇਖਣਾ, ਰੇਖਾ ਚਿੱਤਰ ਇਹ ਵੀ ਨਹੀਂ ਮੇਲ ਖਾਂਦਾ, ਰਸਾਲਿਆਂ ਇਹ ਵੀ ਨਹੀਂ, ਦੁਨੀਆ। ਹੁਣ ਇੱਥੇ ਆਪਾਂ ਲਾ ਕੇ ਦੇਖਣਾ ਹੈ, ਇਹਨੂੰ ਭਰਨਾ ਨਹੀਂ, ਪਹਿਲਾਂ ਲਾ ਕੇ ਦੇਖਣਾ ਵੀ ਸੋਭਾ ਸਿੰਘ ਨੇ ਸਾਰੀ ਦੁਨੀਆ ਵਿੱਚ ਆਪਣੀ ਚਿੱਤਰਕਾਰੀ ਦਾ ਸਿੱਕਾ ਜਮਾਇਆ। ਸੋ ਬੇਟਾ ਦੁਨੀਆ ਸ਼ਬਦ ਜਿਹੜਾ ਇੱਥੇ ਬਿਲਕੁਲ ਸ਼ੂਟ ਕਰਦਾ, ਸਹੀ ਬੈਠਦਾ, ਤਾਂ ਇਸ ਕਰਕੇ ਅਸੀਂ ਇੱਥੇ ਇਹ ਸ਼ਬਦ ਨੂੰ ਫਿੱਟ ਕਰਾਂਗੇ। ਸੋ ਇਸੇ ਤਰ੍ਹਾਂ ਤੁਸੀਂ ਸਾਰੀਆਂ ਫਿਲਿਪਸ ਨੂੰ ਉਹਦੇ ਵਿੱਚ ਇਕੱਲੀ ਇਕੱਲੀ ਨੂੰ ਲਾ ਕੇ ਦੇਖਣਾ, ਜਿਹੜੀ ਬਿਲਕੁਲ ਉਸ ਸੈਂਟੈਂਸ ਨੂੰ ਪੂਰਾ ਕਰਦੀ ਹੈ ਉਸ ਫਿਲਿਪਸ ਨੂੰ ਉਹਦੇ ਵਿੱਚ ਤੁਸੀਂ ਨੇ ਭਰ ਦੇਣਾ ਹੈ। ਸੋ ਐੜਾ। ਸੋਭਾ ਸਿੰਘ ਦਾ ਪਾਲਣ ਪੋਸ਼ਣ ਉਹਨਾਂ ਦੀ ਡੈਸ਼ ਲక్ష్ਮੀ ਦੇਵੀ ਨੇ ਕੀਤਾ। ਹੁਣ ਰੇਖਾ ਚਿੱਤਰ, ਰਸਾਲਿਆਂ, ਦੁਨੀਆ ਹੋ ਚੁੱਕਿਆ, ਬੁੱਤ ਤਰਾਸ਼। ਜੇ ਆਪਾਂ ਉਹ ਕਰੀਏ ਕਿ ਸੋਭਾ ਸਿੰਘ ਦਾ ਪਾਲਣ ਪੋਸ਼ਣ ਉਹਨਾਂ ਦੀ ਉੱਪਰ ਲਿਖਿਆ ਲਾਸਟ ਦੇ ਵੱਡੀ ਭੈਣ ਲక్ష్ਮੀ ਦੇਵੀ ਨੇ ਕੀਤਾ। ਸੋ ਬੇਟਾ ਇਹ ਬਿਲਕੁਲ ਸ਼ੂਟ ਕਰਦਾ ਸ਼ਬਦ, ਇਹਨੂੰ ਅਸੀਂ ਉੱਥੋਂ ਚੱਕ ਕੇ ਇੱਥੇ ਫਿਲ ਕਰਾਂਗੇ। ਸੋ ਅੱਗੇ ਹੈਗਾ ਬੇਟਾ ਸੋਭਾ ਸਿੰਘ ਨੇ ਅਨੇਕਾਂ ਕਿਤਾਬਾਂ ਅਤੇ ਡੈਸ਼ ਦੇ ਟਾਈਟਲ ਵੀ ਬਣਾਏ। ਹੁਣ ਬੇਟਾ ਉੱਪਰ ਦੇਖਣਾ ਰੇਖਾ ਚਿੱਤਰ, ਰਸਾਲਿਆਂ, ਦੁਨੀਆ, ਬੁੱਤ ਤਰਾਸ਼, ਵੱਡੀ ਭੈਣ। ਦੁਨੀਆ ਅਤੇ ਵੱਡੀ ਭੈਣ ਦਾ ਬੇਟਾ ਆਪਸ਼ਨ ਆ ਚੁੱਕੀਆਂ ਨੇ, ਹੁਣ ਰਹਿ ਗਈਆਂ ਤਿੰਨ, ਤਿੰਨਾਂ ਨੂੰ ਫਿੱਟ ਕਰਕੇ ਦੇਖਣਾ। ਹੁਣ ਅਸੀਂ ਪੜ੍ਹਾਂਗੇ ਕਿ ਸੋਭਾ ਸਿੰਘ ਨੇ ਅਨੇਕਾਂ ਕਿਤਾਬਾਂ ਅਤੇ ਅੱਗੇ ਲਿਖਿਆ ਬੇਟਾ ਰਸਾਲਿਆਂ ਦੇ ਟਾਈਟਲ ਵੀ ਬਣਾਏ। ਰਸਾਲੇ ਬੇਟਾ ਜਿਵੇਂ ਵੀਕਲੀ, ਹਫਤਾਵਾਰ, ਮਹੀਨਾਵਾਰ, ਛਮਾਹੀਵਾਰ, ਜਿਹੜੇ ਰਸਾਲੇ ਸ਼ਬਦ ਨੇ ਨਾ ਉਹਨਾਂ ਦੇ ਉੱਪਰ ਜਿਹੜਾ ਫਰੰਟ ਪੇਜ ਹੁੰਦਾ ਟਾਈਟਲ ਅਤੇ ਉੱਪਰ ਜਿਹੜੀ ਹੈਡਿੰਗ ਆਪਾਂ ਬਣਾਉਂਦੇ ਹੁੰਦੇ ਹਾਂ, ਜਿਵੇਂ ਮਾਸਿਕ ਪੱਤਰਿਕਾ ਹੈ ਨਾ, ਸੁਨੇਹੜੇ, ਜਿਵੇਂ ਕਿਸੇ ਵੀ ਰਸਾਲੇ ਦੇ ਉੱਪਰ ਲਿਖਿਆ ਹੁੰਦਾ। ਸੋ ਬੇਟਾ ਉਹਦੀ ਫਰੰਟ ਪੇਜ ਦੀ ਫੋਟੋ, ਉਹਦੇ ਉੱਪਰ ਲਿਖਿਆ ਬਣਾ ਜਿਹੜਾ ਲਿਖਿਆ ਹੁੰਦਾ ਟਾਈਟਲ, ਉਹ ਬਹੁਤ ਸਾਰੇ ਰਸਾਲਿਆਂ ਦੇ ਟਾਈਟਲ ਇਹਨਾਂ ਨੇ ਆਪਣੇ ਜੋ ਬ੍ਰਸ਼ ਸੀਗੇ ਉਹਨਾਂ ਨਾਲ ਆਪਣੇ ਹੱਥਾਂ ਨਾਲ ਬਣਾਏ। ਅੱਗੇ ਹੈਗਾ ਬੇਟਾ ਕੈਕਟਸ ਉੱਤੇ ਰੇਖਾ ਚਿੱਤਰ। ਨਾ ਕੈਕਟਸ ਉੱਤੇ ਚਿੱਤਰ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਡਰਾਇੰਗ ਪੇਪਰਾਂ ਉੱਤੇ ਡੈਸ਼ ਬਣਾਉਂਦੇ ਸਨ। ਹੁਣ ਬੇਟਾ ਇਹਦੇ ਵਿੱਚੋਂ ਰਸਾਲੇ ਵੀ ਖਤਮ ਹੋ ਗਿਆ, ਦੁਨੀਆ ਵੀ ਹੋ ਗਈ, ਵੱਡੀ ਭੈਣ ਵੀ ਖਤਮ ਹੋ ਗਈ ਆਪਸ਼ਨ। ਹੁਣ ਰੇਖਾ ਚਿੱਤਰ ਅਤੇ ਬੁੱਤ ਤਰਾਸ਼ ਆ ਗਏ। ਬੁੱਤ ਤਰਾਸ਼ ਬੇਟਾ ਉਹ ਆਪਾਂ ਪਹਿਲਾਂ ਗੱਲ ਕਰੀਏ ਕਿ ਜਿਹੜਾ ਮੂਰਤੀਆਂ ਬਣਾਵੇ। ਹੁਣ ਅਸੀਂ ਇੱਥੇ ਫਿੱਟ ਕਰਕੇ ਦੇਖਾਂਗੇ ਸ਼ਬਦ, ਉਹ ਹੈ
ਰੇਖਾ ਚਿੱਤਰ। ਹੁਣ ਅਸੀਂ ਇਹਨੂੰ ਪੂਰਾ ਪੜ੍ਹਾਂਗੇ ਕਿ ਕੈਕਟਸ ਉੱਤੇ ਚਿੱਤਰ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਡਰਾਇੰਗ ਪੇਪਰਾਂ ਉੱਤੇ ਰੇਖਾ ਚਿੱਤਰ ਬਣਾਉਂਦੇ। ਇਹ ਬੇਟਾ ਇੱਥੇ ਫਿੱਟ ਹੁੰਦਾ ਜਿਹੜਾ ਸ਼ਬਦ ਆ। ਅੱਗੇ ਹੈ ਹਾਹਾ। ਹੁਣ ਜਿਹੜਾ ਬੇਟਾ ਰਹਿ ਗਿਆ ਉਹ ਬੜਾ ਈਜ਼ੀਲੀ ਤੁਸੀਂ ਉੱਥੇ ਫਿੱਟ ਕਰ ਦੇਣਾ। ਜੇ ਅਸੀਂ ਇਸ ਤਰ੍ਹਾਂ ਨਾ ਕੋਈ ਐਕਸਰਸਾਈਜ਼ ਹੱਲ ਕਰਨੀ ਹੋਵੇ ਉਹਨੂੰ ਇਸ ਢੰਗ ਨਾਲ ਹੱਲ ਕਰਨਾ। ਸੋ ਅੱਗੇ ਹੈ ਹਾਹਾ। ਸੋਭਾ ਸਿੰਘ ਚਿੱਤਰਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਡੈਸ਼ ਵੀ ਸਨ। ਸੋ ਬੇਟਾ ਜਿਹੜੀ ਆਪਸ਼ਨ ਰਹੇਗੀ ਸਿੱਧੀ ਅੱਖਾਂ ਮੀਚ ਕੇ ਭਰ ਦੇਣੀ ਆ, ਉਹ ਰਹਿ ਗਈ ਹੈ ਬੁੱਤ ਤਰਾਸ਼। ਬੁੱਤ ਤਰਾਸ਼ ਬੇਟਾ ਦੱਸਿਆ ਜੋ ਮੂਰਤੀਆਂ ਬਣਾਉਣ ਨੂੰ ਬੁੱਤ ਤਰਾਸ਼ ਕਿਹਾ ਜਾਂਦਾ। ਸੋ ਬੇਟਾ ਇਸ ਤਰ੍ਹਾਂ ਜਿਹੜੀ ਇਸ ਚੈਪਟਰ ਦੀ ਐਕਸਰਸਾਈਜ਼ ਆ ਉਹ ਸਮਾਪਤ ਹੁੰਦੀ ਹੈ। ਸੋ ਅੱਗੇ ਹੈਗਾ ਬੇਟਾ ਜਿਹੜਾ ਤੁਹਾਡਾ ਚੈਪਟਰ ਨੰਬਰ 7, ਇਹ ਵੀ ਇਸ ਯੂਨਿਟ ਦਾ ਜਿਹੜਾ ਲਾਸਟ ਚੈਪਟਰ ਆ ਉਹ ਹੈ ਪਿੱਪਲ। ਸੋ ਬੇਟਾ ਜਿਹੜਾ ਪਿੱਪਲ ਦਾ ਰੁੱਖ ਹੈ ਉਹ ਬੜਾ ਸਾਦਾ ਰੁੱਖ ਹੈ, ਬੜਾ ਸੰਘਣਾ ਰੁੱਖ ਹੁੰਦਾ। ਇਸ ਰੁੱਖ ਨੂੰ ਅਸੀਂ ਹੌਲੀ ਪਵਿੱਤਰ ਰੁੱਖ ਮੰਨਦੇ ਹਾਂ। ਜਿਹੜੇ ਲੋਕ ਨੇ ਸਵੇਰ ਵੇਲੇ ਬੇਟਾ ਇਹਦੇ ਰੁੱਖ ਦੀ ਜੜ੍ਹਾਂ ਦੇ ਵਿੱਚ ਪਾਣੀ ਪਾਉਂਦੇ ਨੇ, ਇਹਦੀ ਪੂਜਾ ਕਰਦੇ ਨੇ ਜਿਹੜੇ ਮਨੁੱਖ ਨੇ। ਸੋ ਜਿਹੜਾ ਇਹ ਪਿੱਪਲ ਦਾ ਰੁੱਖ ਹੈ ਬੇਟਾ ਉਹ ਸਾਰੇ ਮਨੁੱਖਾਂ ਦੀ ਪਹਿਰੇਦਾਰੀ ਕਰਦਾ ਹੈ। ਸੋ ਇਹ ਬੜਾ ਪਰਉਪਕਾਰੀ ਰੁੱਖ ਹੈ। ਪਰਉਪਕਾਰੀ ਹੁੰਦਾ ਜੋ ਕਿਸੇ ਦੇ ਉੱਪਰ ਮਤਲਬ ਚੰਗਾ ਉਹਦਾ ਭਲਾ ਕਰੇ ਪਰ ਉਹਨੂੰ ਸੁਣਾਵੇ ਨਾ, ਉਹਦੇ ਅਹਿਸਾਨ ਨਾ ਉਹਦੇ ਦੇ ਉੱਪਰ ਕਰੇ। ਸੋ ਇਹ ਪਰਉਪਕਾਰੀ ਹੁੰਦਾ ਕਿ ਕਿਸੇ ਦਾ ਭਲਾ ਕਰਕੇ ਅਤੇ ਭੁੱਲ ਜਾਵੇ। ਸੋ ਬੇਟਾ ਜਿਹੜਾ ਪਿੱਪਲ ਦਾ ਰੁੱਖ ਹੈ ਉਹ ਸਾਰੀ ਕਾਇਨਾਤ ਨੂੰ ਜਿਹੜੀ ਗਰਮੀ ਆ ਉਹਨੂੰ ਸੋਕਦਾ ਹੈ, ਗਰਮੀ ਨੂੰ ਘਟਾਉਂਦਾ। ਜੇ ਅਸੀਂ ਅੱਗੇ ਗੱਲ ਕਰੀਏ ਕਿ ਪਿੱਪਲ ਦੇ ਰੁੱਖ ਦਾ ਹੋਰ ਕੀ ਲਾਭ ਹੈ, ਸੋ ਬੇਟਾ ਜਿਹੜੇ ਬਾਕੀ ਰੁੱਖ ਨੇ ਨਾ ਰਾਤ ਵੇਲੇ ਨਾਈਟ੍ਰੋਜਨ ਗੈਸ ਛੱਡਦੇ ਨੇ। ਸੋ ਜਿਹੜਾ ਪਿੱਪਲ ਦਾ ਰੁੱਖ ਹੀ ਇੱਕ ਐਸਾ ਰੁੱਖ ਹੈ ਜਿਹੜਾ ਰਾਤ ਵੇਲੇ ਵੀ ਆਕਸੀਜਨ ਗੈਸ ਛੱਡਦਾ ਹੈ। ਸੋ ਬੇਟਾ ਇਹ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਗੈਸ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਅਤੇ ਸਾਨੂੰ ਜੀਵਨ ਦੇਣ ਵਾਲੀ ਆਕਸੀਜਨ ਜਿਹੜੀ ਗੈਸ ਆ ਉਹ ਪ੍ਰਦਾਨ ਕਰਦਾ ਹੈ। ਸੋ ਬੇਟਾ ਇਹਦੇ ਉੱਪਰ ਬਹੁਤ ਸਾਰੇ ਜਿਹੜੇ ਪੰਛੀ ਨੇ ਉਹ ਆਪਣੇ ਆਲ੍ਹਣੇ ਪਾਉਂਦੇ ਨੇ। ਪੰਛੀਆਂ ਦਾ, ਮਨੁੱਖ ਦਾ, ਪਸ਼ੂਆਂ ਦਾ ਆਸਰਾ ਬਣਦਾ। ਸੋ ਬੜਾ ਹੀ ਗੁਣਕਾਰੀ ਜਿਹੜਾ ਰੁੱਖ ਹੈ ਪਿੱਪਲ। ਸੋ ਆਓ ਬੇਟਾ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ MCQ ਨੇ ਜਾਂ ਜਿਹੜਾ ਤੁਹਾਡਾ ਬੁੱਕ ਵਰਕ ਆ ਉਹਦੀ ਆਪਾਂ ਰਿਵੀਜ਼ਨ ਕੰਟੀਨਿਊ ਕਰਦੇ ਹਾਂ। ਸੋ ਅਸੀਂ ਵੇਖਦੇ ਹਾਂ ਪਹਿਲਾ ਸਵਾਲ ਕਿ ਰੁੱਖ ਮਨੁੱਖ ਲਈ ਕੀ ਮੰਨੇ ਜਾਂਦੇ ਹਨ। ਉੱਤਰ ਹੋਏਗਾ ਪਰਉਪਕਾਰੀ। ਜਿਹੜੇ ਰੁੱਖ ਨੇ ਉਹ ਮਨੁੱਖ ਲਈ ਪਰਉਪਕਾਰੀ ਮੰਨੇ ਜਾਂਦੇ ਹਨ। ਰੁੱਖਾਂ ਤੋਂ ਸਾਨੂੰ ਕਿਹੜੀ ਗੈਸ ਮਿਲਦੀ ਹੈ? ਉੱਤਰ ਹੈ ਆਕਸੀਜਨ। ਸੋ ਬੇਟਾ ਜਿਹੜੇ ਰੁੱਖ ਨੇ ਸਾਨੂੰ ਆਕਸੀਜਨ ਗੈਸ ਪ੍ਰਦਾਨ ਕਰਦੇ ਹਨ। ਕੁਝ ਲਾਭਦਾਇਕ ਰੁੱਖਾਂ ਦੇ ਨਾਮ ਦੱਸੋ। ਸੋ ਬੇਟਾ ਸਾਰੇ ਹੀ ਰੁੱਖ ਉਂਝ ਤਾਂ ਲਾਭਦਾਇਕ ਨੇ, ਪਰ ਜੇ ਅਸੀਂ ਗੱਲ ਕਰੀਏ ਨਿੰਮ, ਪਿੱਪਲ, ਬੋਹੜ, ਕਿੱਕਰ, ਟਾਹਲੀ, ਤੂਤ, ਅੰਬ, ਅਮਰੂਦ, ਜਾਮਣ, ਅਨਾਰ, ਆੜੂ, ਨਾਸਪਤੀ, ਆਂਵਲਾ। ਸੋ ਬੇਟਾ ਇਹ ਸਾਰੇ ਹੀ ਜਿਹੜੇ ਫਲਦਾਰ ਰੁੱਖ ਨੇ ਇਹ ਸਾਡੇ ਲਈ ਗੁਣਕਾਰੀ ਨੇ। ਅਤੇ ਜੇ ਅਸੀਂ ਇਸ ਸੰਦਰਭ ਵਿੱਚ ਉੱਤਰ ਦੇਣਾ ਹੋਵੇ ਤਾਂ ਜਿਹੜਾ ਨਿੰਮ ਆ, ਪਿੱਪਲ ਆ, ਬੋਹੜ ਆ, ਕਿੱਕਰ ਆ ਵੀ ਲਿਖ ਸਕਦੇ ਹਾਂ। ਪਿੱਪਲ ਦਾ ਰੁੱਖ ਕਿਹੋ ਜਿਹਾ ਹੁੰਦਾ ਹੈ? ਬੜਾ ਸਾਦਾ। ਜੇ ਇਹਨੂੰ ਕਹੀਏ ਬੜਾ ਸਾਦਾ ਬੇਟਾ ਇਹਦੇ ਕੋਈ ਕੰਡੇ ਨਹੀਂ, ਕੋਈ ਇਹਦੇ ਉੱਪਰ ਜੇ ਅਸੀਂ ਕਈ ਵਾਰੀ ਰੁੱਖਾਂ ਦੇ ਕੋਲ ਖੜ੍ਹਦੇ ਹਾਂ ਕੋਈ ਸਾਨੂੰ ਜਿਹੜਾ ਉਹਨਾਂ ਦਾ ਸਰੱਕ ਹੁੰਦਾ ਉੱਪਰਲਾ ਜਾਂ ਉਹਦੀਆਂ ਟਾਹਣੀਆਂ ਡਿਸਟਰਬ ਕਰਦੀਆਂ ਨੇ, ਅਤੇ ਬੜੇ ਵਧੀਆ ਢੰਗ ਦਾ ਜਿਹੜਾ ਅਸੀਂ ਕਹਾਂਗੇ ਬਿਲਕੁਲ ਸਿੰਪਲੀਸਿਟੀ, ਜਿਵੇਂ ਅਸੀਂ ਕਿਸੇ ਬੰਦੇ ਦੀ ਗੱਲ ਕਰਨੀ ਹੋਵੇ, ਰੁੱਖਾਂ ਦੇ ਵਿੱਚੋਂ ਬੜਾ ਸਾਦਾ ਰੁੱਖ ਹੈ ਪਿੱਪਲ ਦਾ ਜਿਹੜਾ ਰੁੱਖ ਹੈ, ਬੜਾ ਸਾਦਾ ਰੁੱਖ ਹੁੰਦਾ ਹੈ। ਸੋ ਬੇਟਾ ਇਸ ਚੈਪਟਰ ਦੇ ਜਿਹੜੇ MCQ ਨੇ ਆਪਾਂ ਉਹਨਾਂ 'ਤੇ ਵੀ ਝਾਤ ਮਾਰਦੇ ਹਾਂ। ਪਹਿਲਾ ਹੈ ਕਿ ਪਿੱਪਲ ਦਾ ਰੁੱਖ ਵੇਖਣ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ। ਹੁਣੀ ਆਪਾਂ ਗੱਲ ਕਰੀ ਹੈ ਸਾਦਾ, ਵਿਸ਼ੇਸ਼ ਜਾਂ ਭੱਦਾ। ਸੋ ਕਈ ਬੱਚੇ ਬੇਟਾ ਇੱਥੇ ਕਨਫਿਊਜ਼ ਹੋ ਜਾਂਦੇ ਨੇ ਕਿ ਇਹ ਵਿਸ਼ੇਸ਼ ਰੁੱਖ ਹੈ। ਸੋ ਬੇਟਾ ਜਿੰਨੇ ਵੀ ਧਰਤੀ ਦੇ ਉੱਪਰ ਰੁੱਖ ਨੇ ਉਹ ਸਾਰੇ ਹੀ ਵਿਸ਼ੇਸ਼ ਨੇ। ਸੋ ਜਿਹੜਾ ਪਿੱਪਲ ਦਾ ਰੁੱਖ ਉਹ ਵੇਖਣ ਨੂੰ ਕਿਹੋ ਜਿਹਾ ਲੱਗਦਾ ਹੈ? ਸਾਦਾ, ਪਰ ਗੁਣ ਬਹੁਤ ਨੇ। ਦਿਨ ਅਤੇ ਰਾਤ ਸਾਨੂੰ ਆਕਸੀਜਨ ਪ੍ਰਦਾਨ ਕਰਦਾ ਹੈ। ਸਵਾਲ ਨੰਬਰ ਐੜਾ। ਪਿੱਪਲ ਸਭ ਜੀਵਾਂ ਦੀ ਕੀ ਕਰਦਾ ਹੈ? ਬਰਬਾਦੀ, ਕੁਝ ਵੀ ਨਹੀਂ, ਜਾਂ ਪਹਿਰੇਦਾਰੀ? ਹੁਣੇ ਪੜ੍ਹਿਆ ਆਪਾਂ ਨੇ, ਉੱਤਰ ਹੈ ਪਹਿਰੇਦਾਰੀ। ਪਿੱਪਲ ਦਾ ਜਿਹੜਾ ਰੁੱਖ ਹੈ ਉਹ ਸਾਰੇ ਜੀਵਾਂ ਦੀ ਪਹਿਰੇਦਾਰੀ ਕਰਦਾ ਹੈ। ਪਿੱਪਲ ਨੂੰ ਕੀ ਕਿਹਾ ਜਾਂਦਾ ਹੈ? ਸਵਾਰਥੀ, ਕਿਰਤਕਣ ਜਾਂ ਪਰਉਪਕਾਰੀ? ਪਰਉਪਕਾਰੀ ਬੇਟਾ ਜਿਹੜਾ ਇਹਦਾ ਉੱਤਰ ਉਹ ਸਹੀ ਹੋਏਗਾ ਆਪਸ਼ਨ ਨੰਬਰ 2। ਇਹਦਾ ਉੱਤਰ ਹੋਏਗਾ ਪਰਉਪਕਾਰੀ, ਜੋ ਦੂਸਰਿਆਂ ਦਾ ਭਲਾ ਕਰੇ ਅਤੇ ਭੁੱਲ ਜਾਵੇ। ਸੋ ਜਿਹੜਾ ਪਿੱਪਲ ਦਾ ਰੁੱਖ ਹੈ ਬੇਟਾ ਪੂਰੀ ਦੁਨੀਆ ਦਾ ਉਹ ਭਲਾ ਕਰਦਾ ਹੈ ਅਤੇ ਉਹ ਫਿਰ ਭੁੱਲ ਜਾਂਦਾ ਹੈ। ਸਵਾਲ ਨੰਬਰ ਸੱਸਾ। ਲੋਕੀ ਇਸ ਦੀ ਪੂਜਾ ਕਿਵੇਂ ਕਰਦੇ ਹਨ, ਜਾਂ ਅਸੀਂ ਕਹੀਏ ਕਿ ਕਿਸ ਵੇਲੇ ਕਰਦੇ ਹਨ? ਲੋਕੀ ਇਸ ਦੀ ਪੂਜਾ ਕਿਵੇਂ ਕਰਦੇ ਹਨ? ਭਾਵ ਬੇਟਾ
ਸਵੇਰ ਵੇਲੇ ਜਦੋਂ ਸਵੇਰੇ ਉੱਠਦੇ ਨੇ ਉਹ ਪਾਣੀ ਇਹਦੀਆਂ ਜੜ੍ਹਾਂ ਦੇ ਵਿੱਚ ਪਾਉਂਦੇ ਨੇ। ਸੋ ਕਈ ਵਾਰੀ ਪੁੱਛਿਆ ਜਾਂਦਾ ਟਾਈਮਿੰਗ ਵੀ ਸ਼ਾਮ ਵੇਲੇ ਜਾਂ ਰਾਤ ਵੇਲੇ, ਕਈ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਸ਼ਾਇਦ ਸ਼ਾਮ ਵੇਲੇ ਦੀ ਪੂਜਾ ਹੁੰਦੀ ਹੋਏਗੀ ਜਾਂ ਲੋਕ ਇਹਨੂੰ ਪਾਣੀ ਪਾਉਂਦੇ ਹੋਣਗੇ। ਸੋ ਬੇਟਾ ਵਕਤੀ ਸਵੇਰੇ ਤੜਕੇ ਜਿਹੜਾ ਪਿੱਪਲ ਨੂੰ ਪਾਣੀ ਪਾਇਆ ਜਾਂਦਾ ਹੈ। ਸੋ ਆਓ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਸਵਾਲ ਨੇ ਉਹਨਾਂ ਨੂੰ ਪੜ੍ਹਦੇ ਹਾਂ। ਪਹਿਲਾ ਸਵਾਲ ਹੈ ਊੜਾ, ਕਿ ਪਿੱਪਲ ਦਾ ਰੁੱਖ ਕਿਸ ਦੀ ਪਹਿਰੇਦਾਰੀ ਕਰਦਾ ਹੈ? ਉੱਤਰ ਹੈ ਪਿੱਪਲ ਦਾ ਰੁੱਖ ਮਨੁੱਖ ਦੀ ਪਹਿਰੇਦਾਰੀ ਕਰਦਾ ਹੈ। ਪਹਿਰੇਦਾਰੀ ਤੋਂ ਭਾਵ ਬੇਟਾ ਵੀ ਜਿਵੇਂ ਜੇ ਅਸੀਂ ਗੱਲ ਕਰੀਏ ਪਿੱਪਲ ਦੇ ਰੁੱਖ ਤੋਂ, ਸੋ ਬੇਟਾ ਸਾਨੂੰ ਛਾਂ ਵੀ ਦਿੰਦਾ, ਆਕਸੀਜਨ ਵੀ ਦਿੰਦਾ। ਅਤੇ ਜੇ ਸਾਨੂੰ ਅਸੀਂ ਗੱਲ ਕਰੀਏ ਫਰਨੀਚਰ ਦੀ ਲੱਕੜ ਦੀ, ਤਾਂ ਪਿੱਪਲ ਆ ਜਿਹੜਾ ਸਾਨੂੰ ਲੱਕੜ ਵੀ ਦਿੰਦਾ। ਜੇ ਅਸੀਂ ਗੱਲ ਕਰੀਏ ਪਹਿਰੇਦਾਰੀ ਦੀ, ਜਦੋਂ ਮਨੁੱਖ ਨੂੰ ਗਰਮੀ ਲੱਗਦੀ ਹੈ ਤਾਂ ਜਿਹੜਾ ਪਿੱਪਲ ਦਾ ਰੁੱਖ ਹੈ ਉਹ ਵਾਤਾਵਰਨ ਦੀ ਗਰਮੀ ਨੂੰ ਵੀ ਸੋਖਦਾ। ਅਤੇ ਜਿਹੜੀਆਂ ਸਾਡੇ ਵਾਤਾਵਰਨ ਦੇ ਵਿੱਚ ਗੰਦੀਆਂ ਗੈਸਾਂ ਘੁਲੀਆਂ ਹੋਈਆਂ ਨੇ, ਪਿੱਪਲ ਉਹਨਾਂ ਨੂੰ ਵੀ ਮਤਲਬ ਸੋਖ ਲੈਂਦਾ। ਸੋ ਬੇਟਾ ਜੇ ਓਵਰਆਲ ਗੱਲ ਕਰੀਏ, ਜਿਹੜਾ ਪਿੱਪਲ ਦਾ ਰੁੱਖ ਆ ਉਹ ਮਨੁੱਖ ਦੀ ਪਹਿਰੇਦਾਰੀ ਕਰਦਾ ਹੈ, ਭਾਵ ਰਾਖੀ ਕਰਦਾ ਹੈ। ਅੱਗੇ ਹੈ ਬੇਟਾ ਐੜਾ, ਰਾਤ ਸਮੇਂ ਬਾਕੀ ਰੁੱਖ ਕਿਹੜੀ ਗੈਸ ਛੱਡਦੇ ਹਨ ਅਤੇ ਪਿੱਪਲ ਦਾ ਰੁੱਖ ਕਿਹੜੀ ਗੈਸ ਛੱਡਦਾ ਹੈ? ਸੋ ਉੱਤਰ ਹੋਏਗਾ ਕਿ ਰਾਤ ਸਮੇਂ, ਇੱਥੇ ਬਾਕ ਲਿਖਿਆ ਹੈ ਬੇਟਾ, ਬਾਕੀ ਪਾਉਣਾ, ਇਹਨੂੰ ਬਿਹਾਰੀ ਪਾਉਣਾ। ਬਾਕੀ ਰੁੱਖ ਨਾਈਟ੍ਰੋਜਨ ਗੈਸ ਛੱਡਦੇ ਹਨ ਪਰ ਪਿੱਪਲ ਆਕਸੀਜਨ ਗੈਸ ਛੱਡਦਾ ਹੈ। ਇੱਥੇ ਬੇਟਾ ਯਾਦ ਰੱਖਣ ਵਾਲੀ ਗੱਲ ਹੈ ਕਿ ਬਾਕੀ ਰੁੱਖ ਰਾਤ ਵੇਲੇ ਨਾਈਟ੍ਰੋਜਨ ਗੈਸ ਛੱਡਦੇ ਹਨ ਅਤੇ ਜਿਹੜਾ ਪਿੱਪਲ ਹੈ ਉਹ ਆਕਸੀਜਨ ਗੈਸ ਛੱਡਦਾ ਹੈ। ਸੋ ਸਵਾਲ ਨੰਬਰ ਈੜੀ, ਪਰਉਪਕਾਰੀ ਤੋਂ ਕੀ ਭਾਵ ਹੈ? ਪਿੱਪਲ ਨੂੰ ਪਰਉਪਕਾਰੀ ਕਿਉਂ ਕਿਹਾ ਜਾਂਦਾ ਹੈ? ਸੋ ਆਓ ਪੜ੍ਹਦੇ ਹਾਂ ਉੱਤਰ। ਜੋ ਹਮੇਸ਼ਾ ਦੂਸਰਿਆਂ ਦਾ ਭਲਾ ਕਰੇ ਉਸ ਨੂੰ ਅਸੀਂ ਕੀ ਕਹਾਂਗੇ? ਪਰਉਪਕਾਰੀ। ਅਗਲਾ, ਪਿੱਪਲ ਨੂੰ ਪਰਉਪਕਾਰੀ ਕਿਉਂ ਕਿਹਾ ਜਾਂਦਾ ਹੈ? ਪੜ੍ਹਦੇ ਹਾਂ ਕਿ ਪਿੱਪਲ ਦਿਨ ਅਤੇ ਰਾਤ ਮਨੁੱਖ ਦੀ ਪਹਿਰੇਦਾਰੀ ਕਰਦਾ ਹੈ, ਇਸ ਕਰਕੇ ਉਸ ਨੂੰ ਪਰਉਪਕਾਰੀ ਰੁੱਖ ਕਿਹਾ ਜਾਂਦਾ ਹੈ। ਅਗਲਾ ਹੈ ਸੱਸਾ, ਪਿੱਪਲ ਦਾ ਰੁੱਖ ਸਾਨੂੰ ਕੀ ਕੀ ਦਿੰਦਾ ਹੈ? ਉੱਤਰ ਹੈ ਆਕਸੀਜਨ, ਠੰਡੀ ਛਾਂ, ਲੱਕੜ, ਵਰਖਾ, ਪੰਛੀਆਂ ਦਾ ਰਹਿਣ ਬਸੇਰਾ ਵੀ ਪਿੱਪਲ ਹੀ ਹੈ। ਸੋ ਬੇਟਾ ਸਾਰਾ ਕੁਝ ਜੋ ਸਾਨੂੰ ਦੂਸਰੇ ਰੁੱਖ ਦਿੰਦੇ ਨੇ ਉਹਨਾਂ ਤੋਂ ਚਾਰ ਗੱਲਾਂ, ਜਿਹੜੀਆਂ ਚਾਰ ਗੁਣ ਪਿੱਪਲ ਦੇ ਵਿੱਚ ਵੱਧ ਹਨ। ਅੱਗੇ ਹੈ ਖਾਨੇ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਸਥਾਨ ਭਰੋ। ਹੁਣ ਜਿਵੇਂ ਬੇਟਾ ਅਸੀਂ ਪਹਿਲਾਂ ਗੱਲ ਕਰੀ ਸੀ, ਜਿਹੜੀ ਆਪਸ਼ਨਾਂ ਦੇ ਵਿੱਚ ਲਿਖਿਆ ਹੋਇਆ ਆਕਸੀਜਨ, ਪਿੱਪਲ, ਜਾਰੀ, ਗੁਣਕਾਰੀ ਅਤੇ ਸੋਚ। ਸੋ ਪਹਿਲੀ ਆਪਸ਼ਨ ਹੈ ਕਿ ਪਿੱਪਲ ਦਾ ਰੁੱਖ ਬਹੁਤ ਡੈਸ਼ ਹੁੰਦਾ ਹੈ। ਹੁਣ ਬੇਟਾ ਇਹਦੇ ਵਿੱਚ ਲਾ ਕੇ ਆਕਸੀਜਨ ਸਹੀ ਨਹੀਂ ਬੈਠਦਾ, ਪਿੱਪਲ, ਜਾਰੀ, ਗੁਣਕਾਰੀ, ਸੋਚ। ਸੋ ਬੇਟਾ ਪਹਿਲਾ ਜਿਹੜਾ ਸ਼ਬਦ ਅਸੀਂ ਇਹਦੇ ਉੱਪਰਲੀ ਆਪਸ਼ਨਾਂ 'ਚੋਂ ਚੁਣਾਂਗੇ ਉਹ ਚੁਣਾਂਗੇ ਗੁਣਕਾਰੀ। ਪਿੱਪਲ ਦਾ ਰੁੱਖ ਬਹੁਤ ਗੁਣਕਾਰੀ ਹੁੰਦਾ ਹੈ। ਅਗਲੀ ਆਪਸ਼ਨ ਹੈ ਪਿੱਪਲ ਦੇ ਗੱਫੇ ਬਣਦਾ ਹੈ। ਬੇਟਾ ਉੱਪਰ ਅਸੀਂ ਪੜ੍ਹ ਕੇ ਹਟੇ ਹਾਂ, ਪਿੱਪਲ ਯਾਰੀ ਦੇ ਗੱਫੇ ਤਾਂ ਨਹੀਂ ਵੰਡੂਗਾ, ਗੁਣਕਾਰੀ ਦੇ ਗੱਫੇ ਵੀ ਨਹੀਂ ਵੰਡੂਗਾ ਅਤੇ ਸੋਚ ਦੇ ਗੱਫੇ ਵੀ ਨਹੀਂ ਵੰਡੂਗਾ। ਪਿੱਪਲ ਕਿਹਦੇ ਗੱਫੇ ਵੰਡੂਗਾ? ਆਕਸੀਜਨ ਦੇ। ਸੋ ਇਹਦਾ ਉੱਤਰ ਹੋਏਗਾ ਆਕਸੀਜਨ। ਸੋ ਅੱਗੇ ਹੈ ਈੜੀ, ਲੋਕ ਪਿੱਪਲ ਦੀ ਪੂਜਾ ਕਰਦੇ ਹਨ। ਹੁਣ ਬੇਟਾ ਅਸੀਂ ਗੱਲ ਕਰੀਏ ਲੋਕ ਦੀ ਪੂਜਾ ਕਰਦੇ ਹਨ, ਉੱਤਰ ਹੈ ਈੜੀ ਦਾ ਪਿੱਪਲ, ਲੋਕ ਪਿੱਪਲ ਦੀ ਪੂਜਾ ਕਰਦੇ ਹਨ। ਸੋ ਅਗਲਾ ਹੈ ਸੱਸਾ, ਪਿੱਪਲ ਦਾ ਰੁੱਖ ਡੈਸ਼ ਦੀ ਬਾਰ ਖੋਲ੍ਹਦਾ ਹੈ, ਭਾਵ ਹੈ ਬੇਟਾ ਸੋਚ, ਜਿਹੜਾ ਸਾਡਾ ਸੋਚਣ ਦਾ ਦਾਇਰਾ ਹੈ। ਬਾਰ ਤੋਂ ਭਾਵ ਹੁੰਦਾ ਬੇਟਾ ਬਾਰੀ ਖੋਲ੍ਹਣੀ, ਜਿਹੜਾ ਪਿੱਪਲ ਹੈ ਮਨੁੱਖ ਦੀ ਸੋਚ ਦੀ ਬਾਰ ਨੂੰ ਖੋਲ੍ਹਦਾ ਹੈ। ਸੋ ਇੱਕ ਰਹਿ ਗਿਆ ਬੇਟਾ, ਉੱਪਰੋਂ ਅਸੀਂ ਝਾਤ ਮਾਰ ਲੈਣੀ ਹੈ ਕਿ ਜਿਹੜੀ ਆਪਸ਼ਨ ਸਾਡੇ ਆਨਸਰ 'ਚ ਨਹੀਂ ਆਈ ਉਹੀ ਇਹਦਾ ਉੱਤਰ ਹੋਏਗਾ। ਜਿਵੇਂ ਪਿੱਪਲ ਹਮੇਸ਼ਾ ਡੈਸ਼ ਨਿਭਾਉਂਦਾ ਹੈ, ਉੱਪਰ ਜੋ ਲਾਸਟ ਆਪਸ਼ਨ ਰਹਿ ਗਈ ਹੈ ਉਹ ਹੈ ਜਾਰੀ, ਪਿੱਪਲ ਹਮੇਸ਼ਾ ਜਾਰੀ ਨਿਭਾਉਂਦਾ ਹੈ। ਸੋ ਇਸ ਚੈਪਟਰ ਨਾਲ ਸੰਬੰਧਿਤ ਬੇਟਾ ਜਿਹੜੇ MCQ ਨੇ ਉਹ ਇੱਕ ਵਾਰ ਉਹਨਾਂ 'ਤੇ ਝਾਤ ਮਾਰਦੇ ਹਾਂ। ਪਹਿਲਾ ਹੈ ਕਿ ਭਲਾਈ ਕਰਨ ਵਾਲਾ ਜਾਂ ਭਲਾਈ ਕਰਨ ਵਾਲਾ ਲਈ ਇੱਕ ਸ਼ਬਦ ਚੁਣੋ ਜੋ ਭਲਾਈ ਕਰੇ। ਹੁਣ ਇਸ ਚੈਪਟਰ ਦੇ ਵਿੱਚ ਭਲਾਈ ਕੌਣ ਕਰਦਾ ਬਈ? ਪਿੱਪਲ। ਪਿੱਪਲ ਨੂੰ ਕੀ ਕਿਹਾ ਜਾਂਦਾ ਹੈ? ਪਰਉਪਕਾਰੀ। ਸੋ ਇਹਦੇ ਵਿੱਚ ਉੱਤਰ ਹੋਏਗਾ 2 ਨੰਬਰ। ਮਿੱਤਰ, ਪਰਉਪਕਾਰੀ ਜਾਂ ਸਵਾਰਥੀ ਤੋਂ ਅਸੀਂ ਸਭ ਦਾ ਭਲਾ ਕਰਨ ਵਾਲੇ ਨੂੰ ਕੀ ਕਹਾਂਗੇ? ਪਰਉਪਕਾਰੀ। ਸੋ ਅੱਗੇ ਹੈ ਐੜਾ, ਯਾਰ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ? ਯਾਰ ਜਿਵੇਂ ਸਾਡਾ ਦੋਸਤ ਹੁੰਦਾ, ਇਹਦਾ ਇਸਤਰੀ ਦਾ ਭਾਵ ਬੇਟਾ ਜਿਵੇਂ ਅਸੀਂ ਲਿੰਗ ਤਬਦੀਲ ਕਰਨਾ, ਦੋਸਤ, ਸਹੇਲੀ, ਮਿੱਤਰ। ਹੁਣ ਬੇਟਾ ਜਿਹੜੀ ਇਸਤਰੀ ਆ, ਯਾਰ ਸ਼ਬਦ ਦਾ ਇਸਤਰੀ ਲਿੰਗ, ਇੱਥੇ ਬੇਟਾ ਨੇ ਮਿੱਤਰ ਲਿਖਿਆ ਹੋਇਆ ਬੇਟੇ। ਇਹਨੂੰ ਜੇ ਅਸੀਂ ਕਹੀਏ ਨਾ ਜਿਹੜਾ ਦੋਸਤ ਹੁੰਦਾ,
ਦੋਸਤ ਬੇਟਾ ਇੱਕ ਸਹੇਲੀ ਕੁੜੀ ਵੀ ਦੋਸਤ ਹੋ ਸਕਦੀ ਹੈ, ਮੁੰਡਾ ਵੀ ਹੋ ਸਕਦਾ। ਸੋ ਇੱਥੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਨਫਿਊਜ਼ ਹੋ ਸਕਦੇ ਨੇ। ਆਪਸ਼ਨਲੀ ਅਸੀਂ ਸਹੇਲੀ ਵੀ ਲਿਖ ਸਕਦੇ ਹਾਂ ਅਤੇ ਮਿੱਤਰ ਵੀ ਲਿਖ ਸਕਦੇ ਹਾਂ। ਸੋ ਅੱਗੇ ਹੈ ਪਹਿਰੇਦਾਰੀ। ਪਹਿਰੇਦਾਰੀ ਸ਼ਬਦ ਦਾ ਬਹੁਵਚਨ ਰੂਪ ਦੱਸੋ। ਪਹਿਰੇਦਾਰੀ ਦਾ ਜਿਹੜਾ ਬਹੁਵਚਨ ਰੂਪ ਹੈ, ਪਹਿਰੇਦਾਰਨੀ, ਪਹਿਰੇਦਾਰੀ, ਪਹਿਰੇਦਾਰਾਂ। ਦਾਰਾਂ ਪੱਕ ਉੱਪਰ ਬਿੰਦੀ ਹੈ ਬੇਟਾ, ਜਿਹੜਾ ਸਹੀ ਆਨਸਰ ਹੋਏਗਾ ਉਹ ਹੋਗਾ ਪਹਿਰੇਦਾਰਾਂ। ਸੋ ਬੇਟਾ ਅੱਗੇ ਜਿਵੇਂ ਅਸੀਂ ਲਿਖਿਆ ਹੋਇਆ ਹੈ ਕਿ ਰਚਨਾਤਮਕ ਵਿਕਾਸ ਲਈ, ਸੋ ਬੇਟਾ ਇਹ ਹੈ ਪੈਰਾ ਰਚਨਾ। ਸੋ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਜਿਵੇਂ ਮੈਂ 2 ਲਾਈਨਾਂ ਜਿਹੜੀਆਂ ਲਿਖੀਆਂ ਨੇ ਤੁਹਾਡੇ ਨਾਲ ਪੜ੍ਹ ਕੇ ਸਾਂਝੀਆਂ ਕਰਦਾ। ਆਪਾਂ ਰੁੱਖਾਂ ਬਾਰੇ ਲਿਖਣਾ। ਰੁੱਖਾਂ ਦੇ ਲਾਭ। ਰੁੱਖ ਮਨੁੱਖ ਨੂੰ ਬਹੁਤ ਲਾਭ ਪ੍ਰਦਾਨ ਕਰਦਾ ਹੈ। ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਰੁੱਖ ਵਰਖਾ ਲੈ ਕੇ ਆਉਂਦੇ ਹਨ। ਰੁੱਖ ਧਰਤੀ ਦੇ ਤਾਪਮਾਨ ਨੂੰ ਘੱਟ ਕਰਦੇ ਹਨ। ਰੁੱਖ ਭੂ ਖੋਰ ਨੂੰ ਰੋਕਦੇ ਹਨ। ਰੁੱਖਾਂ ਤੋਂ ਸਾਨੂੰ ਲੱਕੜੀ ਪ੍ਰਾਪਤ ਹੁੰਦੀ ਹੈ। ਰੁੱਖ ਸਭ ਨੂੰ ਆਕਸੀਜਨ ਦੇ ਗੱਫੇ ਪ੍ਰਦਾਨ ਕਰਦੇ ਹਨ। ਸੋ ਬੇਟਾ ਇਹ ਸਨ ਤੁਹਾਡੇ ਇਸ ਚੈਪਟਰ ਨਾਲ ਸੰਬੰਧਿਤ MCQs ਅਤੇ ਬੁੱਕ ਵਰਕ। ਸੋ ਬੇਟਾ ਜਿਵੇਂ ਕਿ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਟਰਮ 1 ਦੇ ਵਿੱਚ ਜੋ ਵੀ ਤੁਹਾਡਾ ਬੁੱਕ ਵਰਕ ਹੈ, ਬੁੱਕ ਵਰਕ ਦੇ ਰਿਗਾਰਡਿੰਗ ਜੋ ਵੀ ਚੈਪਟਰ ਨੇ ਉਹਨਾਂ ਨੂੰ ਚੈਪਟਰ ਵਾਈਜ਼ ਇਸ ਵੀਡੀਓ ਦੇ ਵਿੱਚ ਤੁਹਾਡਾ ਜਿਹੜਾ ਬੁੱਕ ਵਰਕ ਆ ਉਹਨੂੰ ਕੰਪਲੀਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਜਿਹੜੇ ਵਿਦਿਆਰਥੀਆਂ ਨੇ ਟਰਮ 1 ਦੇ ਇਹਨਾਂ ਇਮਤਿਹਾਨਾਂ ਦੇ ਵਿੱਚੋਂ ਅੱਛੇ ਮਾਰਕਸ ਪ੍ਰਾਪਤ ਕਰਨੇ ਹਨ, ਸੋ ਉਹ ਬੱਚੇ ਇਸ ਵੀਡੀਓ ਨੂੰ ਜ਼ਰੂਰ ਵੇਖਣ ਅਤੇ ਫੋਲੋ ਕਰਨ। ਇਹਦੇ ਵਿੱਚੋਂ ਤੁਹਾਡੇ ਲਈ ਜਿਹੜਾ ਪੇਪਰ ਹੈ ਬੇਟਾ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਡਾਟਾ ਅਤੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਸੋ ਉਮੀਦ ਕਰਦੇ ਹਾਂ ਸਾਰੇ ਵਿਦਿਆਰਥੀ ਇਸ ਦਾ ਭਰਪੂਰ ਲਾਹਾ ਲੈਣਗੇ। 5ਵੀਂ ਜਮਾਤ ਦੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।